ਸਤਨਾਮ ਸ੍ਰੀ ਵਾਹਿਗੁਰੂ ਜੀ। ਜੈਤ ਸ੍ਰੀ ਮਹੱਲਾ ਚੌਥਾ। ਕਰ ਪਹਿਲਾ ਚੌਪ ਦੇ ਇੱਕ ਓੰਕਾਰ। ਸਤਿਗੁਰ ਪ੍ਰਸਾਦ। ਮੇਰਾ ਹੀਰੈ ਰਤਨ ਨਾਮ ਹਰ ਵਸਿਆ। ਗੁਰ ਹਾਥ ਧਰਿਓ ਮੇਰਾ ਮਾਥਾ। ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ। ਗੁਰੂ ਨਾਮ ਦਿਓ ਰਿਨ ਲਾਥਾ। ਮੇਰੇ ਮਨ ਭਜ ਰਾਮ ਨਾਮ ਸਭ ਅਰਥਾ। ਗੁਰ ਪੂਰੈ ਹਰ ਨਾਮ ਦਿਰੜਾਇਆ। ਬਿਨ ਨਾਵੈ ਜੀਵਨ ਬਿਰਥਾ ਰਹਾਉ। ਬਿਨ ਗੁਰ ਮੂੜ ਭਏ ਹੈ ਮਨ ਮੁਖ। ਤੇ ਮੋਹ ਮਾਇਆ ਨਿਤ ਫਾਥਾ। ਤਿਨ ਸਾਧੂ ਚਰਨ ਨਾ ਸੇਵੇ ਕਬਹੂ। ਤਿਨ ਸਭ ਜਨਮ ਅਕਾਥਾ। ਜਿਨ ਸਾਧੂ ਚਰਨ ਸਾਧ ਪਗ ਸੇਵੇ। ਤਿਨ ਸਫਲਿਓ ਜਨਮ ਸਨਾਥਾ। ਮੋਹ ਕੋ ਕੀਜੈ ਦਾਸ ਦਾਸ ਦਾਸਨ ਕੋ। ਹਰ ਦਇਆ ਧਾਰ ਜਗਨਨਾਥਾ। ਹਮ ਅੰਧਲੇ ਗਿਆਨਹੀਨ ਅਗਿਆਨੀ। ਕਿਉ ਚਾਲੇ ਮਾਰਗ ਪੰਥਾ। ਹਮ ਅੰਧਲੇ ਕੋ ਗੁਰ ਅੰਚਲ ਦੀਜੈ। ਜਨ ਨਾਨਕ ਚੱਲੇ ਮਿਲੰਥਾ। ਹਮ ਅੰਧਲੇ ਗਿਆਨਹੀਨ ਅਗਿਆਨੀ। ਕਿਉ ਚਾਲੇ ਮਾਰਗ ਪੰਥਾ। ਹਮ ਅੰਧਲੇ ਕੋ ਗੁਰ ਅੰਚਲ ਦੀਜੈ। ਜਨ ਨਾਨਕ ਚੱਲੇ ਮਿਲੰਥਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਹਜ਼ੂਰੀ ਵਿੱਚ ਸਤਿਪੁਰਸ਼ਾਂ ਦੀ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਕਰਕੇ ਪਾਵਨ ਪਵਿੱਤਰ ਹੋਈ ਧਰਤੀ 'ਤੇ ਸੰਗਰਾਂਦ ਦਾ ਪਵਿੱਤਰ ਦਿਹਾੜਾ ਮਨਾਉਣ ਵਾਸਤੇ ਸਤ ਸੰਗਤ ਦੇ ਰੂਪ ਵਿੱਚ ਜੁੜ ਕੇ ਬੈਠੀ ਸਮੂਹ ਸਾਧ ਸੰਗਤ ਜੀ, ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਸਾਵਣ ਦਾ ਮਹੀਨਾ ਪ੍ਰਾਰੰਭ ਹੋਇਆ ਹੈ ਅਤੇ ਹਾੜ੍ਹ ਦਾ ਮਹੀਨੇ ਦੀ ਸਮਾਪਤੀ ਹੋਈ ਹੈ। ਇਹ ਜਿਹੜਾ ਮਹੀਨਾ ਪ੍ਰਾਰੰਭ ਹੋਇਆ ਬਰਸਾਤ ਦਾ ਮਹੀਨਾ ਗਿਣਿਆ ਗਿਆ। ਪਿਛਲੇ 2 ਮਹੀਨੇ ਜਿਹੜੇ ਨੇ ਉਹ ਗਰਮੀ ਦੇ ਮਹੀਨੇ ਗਿਣੇ ਗਏ ਨੇ ਅਤੇ ਇਸ ਮਹੀਨੇ ਦੇ ਵਿੱਚ ਵਰਖਾ ਪੈਂਦੀ ਆ। ਸਾਰੇ ਜੀਵ ਜੰਤੂ ਬਨਸਪਤੀ ਸਾਰੇ ਖੁਸ਼ ਹੋ ਜਾਂਦੇ ਨੇ। ਅਤੇ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਵਿੱਚ ਸਤਿਗੁਰੂ ਜੀ ਨੇ ਜੋ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੀ ਪਵਿੱਤਰ ਰਸਨਾ ਦੁਆਰਾ ਆਚਾਰਿਆ ਹੋਇਆ 12 ਮਹੀਨੇ, ਕਿਉਂਕਿ ਹਿੰਦੁਸਤਾਨ ਦੇ ਖਾਸ ਕਰਕੇ ਪੰਜਾਬ ਦੀ ਧਰਤੀ ਦੇ ਮੌਸਮ ਨੂੰ ਮੁੱਖ ਰੱਖ ਕੇ ਇਹ ਸਤਿਗੁਰੂ ਜੀ ਨੇ 12 ਮਾਹ ਉਚਾਰੇ ਨੇ। ਅਤੇ ਬਾਹਰਲੇ ਮੁਲਕਾਂ ਵਿੱਚ ਖਾਸ ਕਰਕੇ ਹਿੰਦੁਸਤਾਨ ਵਿੱਚ ਵੀ ਅੱਜ ਕੱਲ੍ਹ ਦੇ ਮਹੀਨਿਆਂ ਵਿੱਚ ਕਈ ਜਗ੍ਹਾ 'ਤੇ ਬਰਫ਼ ਪੈਂਦੀ ਆ। ਬਹੁਤ ਠੰਡੇ ਮਹੀਨੇ ਨੇ। ਇਹ ਸਤਿਗੁਰੂ ਜੀ ਨੇ ਪੰਜਾਬ ਦਾ ਜਿਹੜਾ ਸਾਡਾ ਬਾਜੂ ਮੰਡਲ ਹੈ, ਇੱਥੇ ਦਾ ਮੌਸਮ ਹੈ, ਉਸ ਮੌਸਮ ਦੇ ਅਨੁਸਾਰ ਇਹ ਸਤਿਗੁਰੂ ਜੀ ਨੇ 12 ਮਾਹ ਉਚਾਰਿਆ ਹੈ। ਸੋ ਗੁਰਮਤਿ ਸਿੱਖ ਧਰਮ ਦੇ ਮਤ ਦੇ ਅਨੁਸਾਰ ਸਤਿਗੁਰੂ ਜੀ ਗੁਰੂ ਅਰਜਨ ਦੇਵ ਮਹਾਰਾਜ ਨੇ ਗੁਰਸਿੱਖਾਂ ਨੂੰ ਇਹ ਬਖਸ਼ਿਸ਼ ਕੀਤੀ ਹੈ। ਭਾਈ ਕੋਈ ਸੰਸਾਰ ਦੇ ਕੰਮਾਂ ਕਾਰਾਂ ਤੋਂ ਰੁਝੇਵਿਆਂ ਤੋਂ ਭਾਵੇਂ ਮਨੁੱਖ ਨੂੰ ਬਹੁਤ ਘੱਟ ਸਮਾਂ ਮਿਲਦਾ ਹੈ, ਮਨੁੱਖ ਆਪਣੇ ਜੀਵਨ ਦੇ ਵਿੱਚ ਆਪਣੀ ਉਪਜੀਵਕਾ ਵਾਸਤੇ ਆਪਣੇ ਪਰਿਵਾਰ ਦੀ ਪੇਟ ਪਾਲਣ ਵਾਸਤੇ ਬੜੇ ਯਤਨ ਕਰਦਾ ਹੈ। ਮਨੁੱਖ ਆਪਣੇ ਕਾਰੋਬਾਰ ਕਰਦਾ ਹੈ। ਕਾਰੋਬਾਰ ਕਰਦਿਆਂ ਹੋਇਆਂ ਵੀ ਕੋਈ ਮਨੁੱਖ ਇੱਕ ਮਹੀਨੇ ਦੇ ਵਿੱਚ ਇੱਕ ਦਿਨ ਕੱਢ ਕੇ ਵੀ ਆਪਣਾ ਇੱਕ ਦਿਨ ਗੁਰੂ ਦੇ ਨਿਮਿਤ ਲਾ ਕੇ ਵੀ ਗੁਰੂ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਜੇ ਗੁਰੂ ਦੀ ਰਸਨਾ ਦੁਆਰਾ ਉਚਾਰਿਆ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਕੋਈ 12 ਮਾਹਾਂ ਜੀ ਦਾ ਮਹੀਨੇ ਦਾ ਨਾਮ ਸਰਵਣ ਕਰ ਲਵੇਗਾ ਤਾਂ ਭਾਈ ਉਸ ਗੁਰਮੁਖ ਦਾ ਮਹੀਨਾ ਸਤਿਗੁਰੂ ਜੀ ਕਹਿੰਦੇ ਸੁੱਖ ਸ਼ਾਂਤੀ ਨਾਲ ਬਤੀਤ ਹੋਵੇਗਾ। ਆਮ ਤੌਰ 'ਤੇ ਸਾਡੇ ਪਿੰਡਾਂ ਵਿੱਚ ਇਹ ਗੱਲ ਹੁੰਦੀ ਹੈ ਕਿ ਕਿਸੇ ਭਲੇ ਪੁਰਖ ਦੀ ਰਸਨਾ ਤੋਂ ਮਹੀਨੇ ਦਾ ਨਾਮ ਸਰਵਣ ਕਰੀਏ ਤਾਂ ਮਹੀਨਾ ਸੁੱਖ ਸ਼ਾਂਤੀ ਨਾਲ ਬਤੀਤ ਹੋ ਜਾਂਦਾ ਹੈ। ਸੋ ਸਾਡੇ ਤਕਰੀਬਨ ਪੰਜਾਬ ਦੇ ਵਿੱਚ ਬਹੁਤ ਸਾਰੇ ਮਹਾਨ ਪੁਰਸ਼ਾਂ ਦੇ ਸਥਾਨ ਨੇ
ਜਿੱਥੇ ਜਿੱਥੇ ਬੜੇ ਬੜੇ ਮਹਾਂਪੁਰਸ਼ਾਂ ਨੇ ਬੰਦਗੀ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਕਰਕੇ ਉਸ ਪਰਮੇਸ਼ਰ ਦੇ ਚਰਨਾਂ ਨਾਲ ਜਿੱਥੇ ਜੁੜੇ ਨੇ, ਸੰਸਾਰ ਦੇ ਲੋਕਾਂ ਨੂੰ ਜੁੜਨ ਵਾਸਤੇ ਮਾਰਗ ਦੱਸੇ ਨੇ, ਉਹਨਾਂ ਮਹਾਂਪੁਰਸ਼ਾਂ ਦੇ ਅਸਥਾਨਾਂ 'ਤੇ ਆਮ ਤੌਰ ਤੇ ਨਿਰਮਲ ਪੰਥ ਜਿਹੜਾ ਹੈ, ਉਸ ਪੰਥ ਦੇ ਵੱਡੇ ਵੱਡੇ ਅਸਥਾਨ ਖਾਸ ਤੌਰ 'ਤੇ ਹਿੰਦੁਸਤਾਨ ਦੀ ਧਰਤੀ 'ਤੇ ਬਹੁਤ ਜ਼ਿਆਦਾ ਨੇ। ਉਹਨਾਂ ਦੇ ਉੱਤੇ ਤਕਰੀਬਨ ਇਹ ਮਰਜ਼ਾਦਾ ਸਤਿਗੁਰੂ ਜੀ ਦੀ ਚਲਾਈ ਹੋਈ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਰਚਨਾ ਦੁਆਰਾ ਆਚਾਰਿਆ ਹੋਇਆ ਜੋ 12 ਮਾਹਾਂ ਜੀ ਦਾ ਪਾਠ ਹੈ, ਉਸ ਨੂੰ ਸਭ ਸਿੱਖ ਸੰਗਤਾਂ ਤਕਰੀਬਨ ਸੰਸਾਰ ਦੇ ਵਿੱਚ ਇਹ ਦਿਨ ਮਨਾਉਂਦੀਆਂ ਨੇ। ਭਾਵੇਂ ਕੁਝ ਲੋਕਾਂ ਦੀ ਗਲਤੀ ਕਰਕੇ ਜੋ ਜ਼ਿਆਦਾ ਪੜ੍ਹੇ ਲਿਖੇ ਲੋਕ ਨੇ ਉਹ ਆਪਣੇ ਆਪ ਨੂੰ ਪੜ੍ਹੇ ਲਿਖੇ ਤਾਂ ਗਿਣਦੇ ਨੇ, ਕੋਈ ਸੰਗਰਾਂਦਾਂ ਦੇ ਰੌਲੇ ਪੈ ਚੁੱਕੇ ਨੇ। ਸਾਧ ਸੰਗਤ ਜੀ, ਸਾਡਾ ਜਿਹੜਾ ਸੰਗਰਾਂਦ ਦਾ ਮਹੀਨਾ ਹੈ ਇਹ ਬਿਕਰਮੀ ਸੰਮਤ ਦੇ ਅਨੁਸਾਰ ਚੱਲਦਾ ਹੈ। ਅੱਗੇ ਵਾਸਤੇ ਵੀ ਜਦ ਕਿਸੇ ਨੇ ਸੰਗਰਾਂਦ ਦੇਖਣੀ ਹੋਵੇ ਉਹ ਡਾਇਰੀ ਤੇ ਬਿਕਰਮੀ ਸੰਮਤ ਦੇਖੇ, ਜਿੱਥੇ ਇੱਕ ਸਾਵਣ ਬਿਕਰਮੀ ਸੰਮਤ ਆਉਂਦਾ ਉਹ ਕਿਉਂਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਬਿਕਰਮੀ ਸੰਮਤ ਨੂੰ ਮੰਨਿਆ ਹੈ। ਇਸ ਕਰਕੇ ਭਾਈ ਗੁਰਮੁਖੋ ਇਹ ਭੁਲੇਖਾ ਨਾ ਖਾਇਆ ਕਰੋ। ਅਗਲਾ ਮਹੀਨੇ ਦੀ ਸੰਗਰਾਂਦ ਵੀ ਜਿਹੜੀ 17 ਅਗਸਤ ਦੀ ਆ, ਤੇ ਕੋਈ ਭੁਲੇਖਾ ਨਾ ਕਿਸੇ ਨੂੰ ਰਹਿ ਜਾਵੇ। ਕੱਲ ਬਹੁਤ ਸਾਰੀਆਂ ਸੰਗਤਾਂ ਇਸ ਭੁਲੇਖੇ ਦੇ ਵਿੱਚ ਇਸ ਸਥਾਨ ਤੇ ਭਾਵੇਂ ਅਸਥਾਨਾਂ ਦੀ ਹਾਜ਼ਰੀ ਬੇਅਰਥ ਨਹੀਂ ਜਾਂਦੀ, ਗੁਰੂ ਦੇ ਚਰਨਾਂ ਤੇ ਹਾਜ਼ਰੀ ਭਰੀ ਹੋਈ ਬੇਅਰਥ ਨਹੀਂ ਜਾਂਦੀ। ਗੁਰੂ ਦੇ ਚਰਨਾਂ ਵਿੱਚ ਜਦੋਂ ਵੀ ਮਨੁੱਖ ਜਾਂਦਾ ਕੁਛ ਨਾ ਕੁਛ ਬਖਸ਼ਿਸ਼ ਲੈ ਕੇ ਹੀ ਮੁੜਦਾ ਹੈ। ਪਰ ਜਦੋਂ ਜਿਹੜੇ ਪੁਰਬ ਹੁੰਦੇ ਨੇ ਉਹ ਸਮੇਂ ਅਨੁਸਾਰ ਜਿਹੜਾ ਸੰਗਰਾਂਦ ਦਾ ਦਿਨ ਹੈ ਉਹ ਸੰਗਰਾਂਦ ਦੇ ਦਿਨ ਨੂੰ ਹੀ ਸੰਗਰਾਂਦ ਦਾ ਦਿਨ ਕਿਹਾ ਜਾਵੇਗਾ। ਭਾਵੇਂ ਬਾਕੀ ਸਾਰਾ ਸਾਲ ਤੁਸੀਂ ਗੁਰਦੁਆਰਾ ਸਾਹਿਬ ਆ ਕੇ ਮੱਥਾ ਟੇਕੋ, ਕੋਈ ਮਾੜੀ ਗੱਲ ਨਹੀਂ ਹੈ, ਪੁੰਨ ਮਨੁੱਖ ਦੇ ਬਣ ਜਾਂਦੇ ਨੇ। ਇਸ ਕਰਕੇ ਇਹ ਤਾਂ ਇੱਕ ਐਸਾ ਸਥਾਨ ਹੈ, ਸਾਰੀ ਹਿੰਦੁਸਤਾਨ ਦੀ ਧਰਤੀ ਦੇ ਵਿੱਚੋਂ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦਾ ਬਚਨ ਹੈ ਕਿ ਜਿਹੜਾ ਕੋਈ ਪੰਛੀ ਵੀ ਇਸ ਸਥਾਨ ਦੇ ਉੱਤੇ ਆ ਕੇ ਇਸ ਸਥਾਨ ਦੇ ਨਿਸ਼ਾਨ ਸਾਹਿਬ ਦੇ ਕਿਤੇ ਉੱਪਰ ਦੀ ਵੀ ਲੰਘ ਜਾਵੇਗਾ, ਉਹਦੀ ਸਾਰ ਬਾਬਾ ਈਸ਼ਰ ਸਿੰਘ ਸਾਹਿਬ ਜੀ ਨੂੰ ਬਾਬਾ ਜਵਾਲਾ ਸਿੰਘ ਜੀ ਨੇ ਬਚਨ ਕੀਤਾ ਸੀ, ਤੈਨੂੰ ਦਰਗਾਹ ਵਿੱਚ ਉਸ ਆਤਮਾ ਦੀ ਸਾਰ ਲੈਣੀ ਪਵੇਗੀ। ਸੋ ਇਸ ਕਰਕੇ ਇਹ ਸਥਾਨ ਤਾਂ ਵੈਸੇ ਹੀ ਬਹੁਤ ਪਵਿੱਤਰ ਹੈ, ਭਾਵੇਂ ਜਦੋਂ ਵੀ ਮਰਜ਼ੀ ਹਾਜ਼ਰੀ ਭਰੀਏ ਕੋਈ ਗੁਨਾਹ ਨਹੀਂ ਹੈ। ਪਰ ਗੁਰਮੁਖੋ ਇਸ ਗੱਲ ਦਾ ਜ਼ਰੂਰ ਚੇਤਾ ਰੱਖਿਆ ਕਰੋ, ਕਿਉਂਕਿ ਅੱਜ ਬਿਕਰਮੀ ਸੰਮਤ ਦੇ ਅਨੁਸਾਰ ਸੰਗਰਾਂਦ ਹੈ, ਇਹ ਬੱਤੀਆਂ ਦਾ ਮਹੀਨਾ ਸੀ। ਇਸ ਕਰਕੇ ਬਹੁਤ ਲੋਕਾਂ ਨੇ ਕੱਲ ਸੰਗਰਾਂਦ ਮਨਾਈ ਹੈ। ਉਹ ਜਿਹੜੇ ਪਿਛਲੇ ਕੈਲੰਡਰ ਦੇ ਮੁਤਾਬਕ ਨਾਨਕ ਸ਼ਾਹੀ ਉਹਨਾਂ ਨੇ ਕੈਲੰਡਰ ਬਣਾਇਆ ਸੀ, ਉਹਦੇ ਅਨੁਸਾਰ ਕੱਲ ਦੀ ਸੰਗਰਾਂਦ ਸੀ। ਇਸ ਕਰਕੇ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਜੋ ਆਪ ਜੀ ਨੇ ਸਰਵਣ ਕੀਤੀ ਹੈ, ਬਹੁਤ ਸਾਰੇ ਰਾਗੀ ਢਾਡੀ ਗੁਰਮੁਖ ਪਿਆਰੇ ਗੁਰੂ ਦਾ ਜਸ ਕਰਨ ਵਾਲੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਜਿੱਥੇ ਹਾਜ਼ਰ ਹੋਏ ਨੇ, ਉੱਥੇ ਮਹਾਂਪੁਰਸ਼ਾਂ ਦੇ ਪਵਿੱਤਰ ਅਸਥਾਨ ਦੀ ਹਾਜ਼ਰੀ ਭਰਨ ਵਾਸਤੇ ਵੀ ਆਏ ਹੋ। ਅਸਥਾਨ ਤਾਂ ਨਗਰਾਂ ਵਿੱਚ ਵੀ ਬੜੇ ਨੇ ਸਾਧ ਸੰਗਤ ਜੀ, ਤੁਸੀਂ ਰਾਸਤੇ ਵਿੱਚ ਚੱਲ ਕੇ ਆਏ ਹੋ। ਹਰੇਕ ਨਗਰ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਨੇ। ਇਸ ਕਰਕੇ ਸਥਾਨ ਦੀ ਮਹਾਨਤਾ ਹੁੰਦੀ ਆ। ਜਿਸ ਸਥਾਨ ਤੇ ਕਿਸੇ ਮਹਾਂਪੁਰਖ ਨੇ ਬੰਦਗੀ ਕੀਤੀ ਹੁੰਦੀ ਆ, ਉਸ ਸਥਾਨ ਦੀ ਮਹਾਨਤਾ ਆਪਣੇ ਤੌਰ ਤੇ ਵੱਖਰੀ ਹੁੰਦੀ ਆ। ਬਹੁਤ ਸਾਰੇ ਲੋਕ ਹਰਿਮੰਦਰ ਸਾਹਿਬ ਜਾਂਦੇ ਨੇ, ਰਸਤੇ ਵਿੱਚ ਬੜੇ ਸਥਾਨ ਆਉਂਦੇ ਨੇ, ਪਰ ਹਰਿਮੰਦਰ ਸਾਹਿਬ ਦੀ ਮਹਾਨਤਾ ਆਪਣੀ ਹੈ, ਅਨੰਦਪੁਰ ਸਾਹਿਬ ਦੀ ਮਹਾਨਤਾ ਆਪਣੀ ਹੈ, ਹਜੂਰ ਸਾਹਿਬ ਦੀ ਮਹਾਨਤਾ ਆਪਣੀ ਹੈ, ਪਟਨਾ ਸਾਹਿਬ ਦੀ ਮਹਾਨਤਾ ਆਪਣੀ ਹੈ। ਇਸੇ ਤਰ੍ਹਾਂ ਸਥਾਨ ਦੀ ਆਪਣੀ ਆਪਣੀ ਮਹਾਨਤਾ ਹੈ। ਉਸ ਮਹਾਨਤਾ ਦੇ ਅਨੁਸਾਰ ਭਾਈ ਸੰਸਾਰ ਦੇ ਲੋਕ ਆਪਣੀ ਸ਼ਰਧਾ ਮੁਤਾਬਕ ਜਿਹੜੇ ਰੱਬੀ ਪਿਆਰ ਵਾਲੀਆਂ ਰੂਹਾਂ ਹੁੰਦੀਆਂ ਨੇ, ਉਹਨਾਂ ਦੇ ਮਨ ਦੀ ਇੱਛਾ ਹੁੰਦੀ ਹੈ ਇਹ ਕਿਸੇ ਮਹਾਨ ਪੁਰਖ ਦੇ ਸਥਾਨ ਤੇ ਜਾ ਕੇ ਜਿੱਥੇ 12 ਮਾਹਾਂ ਦੀ ਬਾਣੀ ਸਰਵਣ ਕਰਨੀ ਆ, ਉੱਥੇ ਮਹਾਨ ਪੁਰਸ਼ਾਂ ਦੀਆਂ ਰਸਨਾ ਤੋਂ ਨਿਕਲੇ ਹੋਏ ਬਰ, ਮਹਾਨ ਪੁਰਸ਼ਾਂ ਦੀਆਂ ਰਸਨਾ ਤੋਂ ਨਿਕਲੇ ਹੋਏ ਜੋ ਜੀਵਾਂ ਦੇ ਭਲੇ ਵਾਸਤੇ ਬਚਨ ਉਚਾਰੇ ਨੇ, ਉਹਨਾਂ ਦਾ ਸਾਨੂੰ ਬਹੁਤ ਲਾਭ ਪ੍ਰਾਪਤ ਹੁੰਦਾ। ਸੋ ਇੱਕੋ ਹੀ ਇੱਕ ਸਥਾਨ ਹੈ ਜਿਹਨੂੰ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਬਹੁਤ ਵਾਰੀ ਬਚਨ ਕਰਿਆ ਕਰਦੇ ਸੀ ਕਿ ਇਸ ਧਰਤੀ ਤੇ 10 ਪਾਤਸ਼ਾਹੀਆਂ ਦੇ ਚਰਨ ਪਏ ਨੇ। ਬਾਕੀ ਦੁਨੀਆ ਦੀ ਕੋਈ ਵੀ ਧਰਤੀ ਐਸੀ ਨਹੀਂ ਹੈ ਜਿੱਥੇ 10 ਪਾਤਸ਼ਾਹੀਆਂ ਦੇ ਚਰਨ ਪਏ ਨੇ। ਭਾਵੇਂ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੁਆਬੇ ਦੀ ਧਰਤੀ ਤੇ ਨਹੀਂ ਆਏ, ਨਾ ਮਾਝੇ ਦੀ ਧਰਤੀ ਤੇ ਆਏ ਨੇ। ਇੱਕੋ ਹੀ ਇੱਕ ਸਥਾਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ, ਦੁਆਬੇ ਦੀ ਧਰਤੀ ਤੇ, ਹੁਸ਼ਿਆਰਪੁਰ ਦੀ ਧਰਤੀ ਤੇ। ਹੁਸ਼ਿਆਰਪੁਰ ਭਾਈ ਜੋਗਾ ਸਿੰਘ ਨੂੰ ਦਰਸ਼ਨ ਹੋਏ ਨੇ, ਹੋਰ ਕਿਸੇ ਨੂੰ ਦਰਸ਼ਨ ਨਹੀਂ ਹੋਏ। ਸਾਹਿਬ ਸਤਿਗੁਰੂ ਜੀ ਭਾਈ ਜੋਗਾ ਸਿੰਘ ਨੂੰ ਬਚਾਉਣ ਵਾਸਤੇ ਹੁਸ਼ਿਆਰਪੁਰ ਦੀ ਧਰਤੀ ਤੇ ਚਰਨ ਪਾਏ, ਪਰ ਇਸ ਧਰਤੀ ਤੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ
ਕਥਨ ਅਨੁਸਾਰ ਭਾਈ ਕਹਿਣ ਲੱਗੇ ਇੱਥੇ ਇਸ ਸਥਾਨ ਤੇ 10ਵੇਂ ਪਾਤਸ਼ਾਹ ਜੀ ਦੇ ਵੀ ਚਰਨ ਪਏ ਨੇ। ਸੋ ਇਸ ਕਰਕੇ ਇਸ ਸਥਾਨ ਦੀ ਮਹਾਨਤਾ ਹੈ। ਅੱਜ ਵਿਸ਼ਵ ਦੀਆਂ ਸਟੇਜਾਂ ਤੇ ਜਿੱਥੇ ਵੀ ਤੁਸੀਂ ਕਿਤੇ ਜਾਓ, ਬਾਬਾ ਜਵਾਲਾ ਸਿੰਘ ਜੀ ਦੇ ਨਾਮ ਦਾ ਹਰ ਇੱਕ ਜਗ੍ਹਾ ਤੇ ਬੋਲਬਾਲਾ ਹੈ। ਹਰੇਕ ਸਟੇਜ ਤੇ ਸਿੱਖ ਸਟੇਜਾਂ ਨਹੀਂ, ਜੇ ਦੂਸਰਿਆਂ ਧਰਮਾਂ ਦੀਆਂ ਵੀ ਸਟੇਜਾਂ ਨੇ, ਉਹਨਾਂ ਸਟੇਜਾਂ ਤੇ ਵੀ ਬਾਬਾ ਜਵਾਲਾ ਸਿੰਘ ਜੀ ਦਾ ਨਾਮ ਬੜੇ ਸਤਿਕਾਰ ਦੇ ਨਾਲ ਸਾਧ ਸੰਗਤ ਜੀ ਗਿਣਿਆ ਜਾਂਦਾ ਹੈ। ਇਸ ਕਰਕੇ ਇੱਕ ਮਹਾਨ ਹਸਤੀ ਦੁਨੀਆ ਦੇ ਵਿੱਚ, ਮਹਾਨ ਯੁੱਗ ਪੁਰਸ਼, 20ਵੀਂ ਸਦੀ ਦੇ ਯੁੱਗ ਪੁਰਸ਼ ਕਹਿ ਲਓ, ਬ੍ਰਹਮ ਗਿਆਨੀ ਸਤਪੁਰਸ਼ ਮਹਾਪੁਰਸ਼ ਕਹਿ ਲਓ, ਉਹਨਾਂ ਨੂੰ ਕੋਈ ਅਤ ਕਥਨੀ ਨਹੀਂ, ਕੋਈ ਤੁਸੀਂ ਨਿਰੰਕਾਰ ਦਾ ਰੂਪ ਕਹਿ ਲਓ, ਕੋਈ ਅਤ ਕਥਨੀ ਨਹੀਂ। ਗੁਰਬਾਣੀ ਨੇ ਬ੍ਰਹਮ ਗਿਆਨੀ ਨੂੰ ਨਿਰੰਕਾਰ ਦਾ ਦਰਜਾ ਦਿੱਤਾ ਹੈ। ਸੋ ਇਸ ਕਰਕੇ ਤੁਸੀਂ ਸਾਰੇ ਹੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਮਨਾਉਣ ਵਾਸਤੇ ਮਹਾਪੁਰਸ਼ਾਂ ਦੇ ਚਰਨਾਂ ਦੀ ਹਾਜ਼ਰੀ ਭਰਨ ਆਏ ਹੋ। ਪਿਛਲਾ ਮਹੀਨਾ ਗਰਮੀ ਦਾ ਮਹੀਨਾ ਸੀ, ਉਹਦਾ ਸਤਿਗੁਰੂ ਜੀ ਨੇ ਸਾਨੂੰ ਸੰਗਤਾਂ ਨੂੰ ਗਿਆਨ ਬਖਸ਼ਿਆ ਸੀ। ਭਾਈ ਗਰਮੀ ਸਰਦੀ ਭਾਵੇਂ ਸਰੀਰ ਦੇ ਨਾਲ, ਸਰੀਰ ਦਾ ਧਰਮ ਹੈ, ਸਰੀਰ 5 ਤੱਤਾਂ ਦਾ ਬਣਿਆ ਹੋਇਆ। ਮੌਸਮ ਦੇ ਅਨੁਸਾਰ ਜੇ ਗਰਮੀ ਹੁੰਦੀ ਹੈ ਸਰੀਰ ਤਪ ਜਾਂਦੇ ਨੇ, ਸਿਆਲ ਹੁੰਦਾ ਤੇ ਸਰੀਰ ਠਰ ਜਾਂਦੇ ਨੇ। ਮਨੁੱਖ ਬੜੇ ਯਤਨ ਕਰਕੇ ਗਰਮੀਆਂ ਵਿੱਚ ਇਹ ਸਰੀਰ ਨੂੰ ਠੰਡੀ ਜਗ੍ਹਾ ਤੇ ਕੋਈ ਏਸੀ ਲਾ ਲੈਂਦਾ, ਕੋਈ ਪੱਖਾ ਲਾ ਲੈਂਦਾ, ਕੋਈ ਗਰੀਬ ਆਦਮੀ ਪੱਖੀ ਲੈ ਕੇ ਦਰਖਤ ਦੇ ਥੱਲੇ ਬੈਠ ਕੇ ਇਹ ਸਰੀਰ ਨੂੰ ਠੰਡਕ ਪਹੁੰਚਾਉਣ ਦਾ ਯਤਨ ਕਰਦਾ ਹੈ। ਤੇ ਭਾਵੇਂ ਭਾਈ ਗਰਮੀਆਂ ਦੇ ਵਿੱਚ ਠੰਡੇ ਕਰਨ ਦਾ ਯਤਨ ਕਰਦੇ ਨੇ, ਤੇ ਸਿਆਲ ਦੇ ਵਿੱਚ ਬੜੇ ਯਤਨ ਇਸ ਸਰੀਰ ਨੂੰ ਗਰਮ ਰੱਖਣ ਦੇ ਕੀਤੇ ਜਾਂਦੇ ਆ। ਕੋਈ ਰਜਾਈਆਂ ਲੈਂਦਾ ਹੈ, ਕੋਈ ਭਾਈ ਹੀਟ ਲਾ ਲੈਂਦਾ, ਉਹ ਯਤਨ ਕੀਤੇ ਜਾਂਦੇ ਨੇ। ਸਰੀਰ ਦੇ ਜਿਹੜਾ ਸਾਧ ਸੰਗਤ ਜੀ ਟੈਂਪਰੇਚਰ ਹੈ ਉਸ ਨੂੰ ਸਹੀ ਤੌਰ ਤੇ ਬਰਕਰਾਰ ਰੱਖਣ ਵਾਸਤੇ ਬੜੇ ਸਾਧਨ ਕੀਤੇ ਜਾਂਦੇ ਨੇ। ਪਰ ਸਤਿਗੁਰੂ ਜੀ ਨੇ ਕਿਰਪਾ ਕੀਤੀ, ਕਹਿੰਦੇ ਭਾਈ ਕੋਈ ਮਨੁੱਖ ਪਰਮੇਸ਼ਰ ਦੇ ਨਾਮ ਨਾਲ ਜੁੜੂਗਾ, ਉਹਦਾ ਸਰੀਰ ਤਾਂ ਠੰਡਾ ਹੋਣਾ ਹੀ ਆ। ਜਿਸ ਪੁਰਸ਼ ਦੀ ਆਤਮਾ ਠੰਡੀ ਹੋ ਜਾਂਦੀ ਆ, ਉਹਨਾਂ ਦੇ ਸਰੀਰਾਂ ਨੂੰ ਫਿਰ ਗਰਮੀ ਨਹੀਂ ਲੱਗਦੀ। ਕਈ ਵਾਰੀ ਮਨੁੱਖ ਏਸੀ ਕਮਰਿਆਂ ਵਿੱਚ ਬੈਠੇ ਵੀ ਗਰਮ ਹੁੰਦੇ ਨੇ, ਜਿਨ੍ਹਾਂ ਦੀ ਆਤਮਾ ਗਰਮ ਹੁੰਦੀ ਆ, ਜਿਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਨਹੀਂ ਮਿਲਦੀ, ਉਹ ਭਾਵੇਂ ਜਿੰਨੇ ਮਰਜ਼ੀ ਠੰਡ ਵਾਲੇ ਯਤਨ ਕਰ ਲੈਣ, ਪਰ ਕਹਿੰਦੇ ਭਾਈ ਉਹਨਾਂ ਦੀ ਆਤਮਾ ਜਿਹੜੀ ਹੈ ਉਹ ਕਲਯੁਗ ਰਥ ਅਗਨ ਕਾ ਕੂੜ ਅੱਗੇ ਰਥ ਬਾਹੋ। ਕਲਯੁਗ ਦੇ ਵਿੱਚ ਸਾਰੀਆਂ ਆਤਮਾ ਤਪੀਆਂ ਹੋਈਆਂ ਨੇ, ਤਕਰੀਬਨ ਅੱਗ ਦਾ ਰਥ ਹੈ, ਇਹਨੂੰ ਝੂਠ ਚਲਾ ਰਿਹਾ। ਇਸ ਕਰਕੇ ਇਹ ਜਿਹੜਾ ਮਹੀਨਾ ਬਰਸਾਤ ਦਾ ਮਹੀਨਾ, ਇਹਦੇ ਵਿੱਚ ਵਰਖਾ ਪੈ ਜਾਂਦੀ ਆ, ਸਾਰੇ ਜੀਵ ਜੰਤੂਆਂ ਨੂੰ ਗਰਮੀ ਤੋਂ ਛੁਟਕਾਰਾ ਮਿਲ ਜਾਂਦਾ। ਨਾਨਕ ਸਾਵਣ ਜੇ ਵਸੇ 4 ਅਮਾਹਾ ਹੋਏ, ਨਾਗਾ ਮਿਰਗਾ ਮੱਛੀਆਂ ਰਸੀਆਂ ਜਿਨ ਧਨ ਹੋਏ। ਤੇ ਸੱਪਾਂ ਨੇ, ਮੱਛੀਆਂ ਨੇ ਤੇ ਹਿਰਨ ਜਿਹੜੇ ਨੇ ਜਾਂ ਅਮੀਰ ਲੋਕ ਨੇ, ਉਹਨਾਂ ਨੂੰ ਸਾਵਣ ਦਾ ਮਹੀਨਾ ਬੜਾ ਚੰਗਾ ਸਮਝਦੇ ਨੇ ਉਹ। ਤੇ 4 ਬੰਦਿਆਂ ਨੂੰ ਸਾਵਣ ਦਾ ਮਹੀਨਾ ਜੇ ਵਸਦਾ, ਨਾਨਕ ਸਾਵਣ ਜੇ ਵਸੇ 4 ਵਿਛੋੜਾ ਹੋਏ, ਤੇ ਪੰਥੀ ਚਾਕਰ ਜੋਏ। ਗਾਈ ਪੁੱਤਾ ਨਿਰਧਨਾ ਪੰਥੀ ਚਾਕਰ ਜੋਏ। ਜਾਂ ਪਸ਼ੂ ਬੋਲਦ ਅੱਗੇ ਜੋੜਦੇ ਸੀ, ਰਸਤੇ ਖਰਾਬ ਹੋ ਜਾਂਦੇ ਸੀ, ਤੇ ਉਹ ਪਸ਼ੂਆਂ ਨੂੰ ਤੰਗੀ ਹੁੰਦੀ ਸੀ, ਉਹ ਮੀਂਹ ਪੈਣ ਨੂੰ ਚੰਗਾ ਨਹੀਂ ਸੀ ਸਮਝਦੇ। ਤੇ ਜਿਹੜੇ ਲੋਕ ਪੈਦਲ ਚੱਲ ਕੇ ਜਾਂਦੇ ਸੀ, ਉਹਨਾਂ ਵਾਸਤੇ ਵੀ ਰਸਤੇ ਖਰਾਬ ਹੋ ਜਾਂਦੇ ਸੀ। ਜਾਂ ਜਿਹੜੇ ਨੌਕਰੀ ਚਾਕਰੀ ਲੋਕ ਕਰਦੇ ਸੀ, ਉਹਨਾਂ ਵਾਸਤੇ ਵੀ ਜਾਣਾ ਔਖਾ ਸੀ। ਜਾਂ ਜਿਹੜੇ ਗਰੀਬ ਆਦਮੀ ਜਿਨ੍ਹਾਂ ਦੀ ਦਿਹਾੜੀ ਮਰ ਜਾਂਦੀ ਆ, ਉਹ ਵੀ ਸਾਵਣ ਪਏ ਤੇ ਨਾਰਾਜ਼ ਹੋ ਜਾਂਦੇ ਆ। ਇਸ ਤਰ੍ਹਾਂ ਇਹ ਸਾਵਣ ਦਾ ਮਹੀਨਾ ਸਤਿਗੁਰੂ ਜੀ ਨੇ ਬਰਸਾਤ ਦੇ ਮਹੀਨੇ ਵਿੱਚ ਗਿਣਨ ਕਰਕੇ ਸਤਿਗੁਰੂ ਜੀ ਨੇ ਇਹਦੇ ਵਿੱਚ ਜੋ ਗਿਆਨ ਸਾਨੂੰ ਬਖਸ਼ਿਆ ਹੈ, ਉਸ ਗਿਆਨ ਨੂੰ ਥੋੜੇ ਸਮੇਂ ਵਾਸਤੇ ਵਿਚਾਰ ਕਰੀਏ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ। ਠੀਕ ਹੈ ਸਾਧ ਸੰਗਤ ਜੀ, ਜਿੰਨੇ ਤੁਸੀਂ ਆਏ ਹੋ, ਹਰ ਇੱਕ ਪੁਰਸ਼ ਦੀ ਕਾਮਨਾ ਆਪਣੀ ਵੱਖਰੀ ਵੱਖਰੀ ਆ। ਕਿਸੇ ਪੁਰਸ਼ ਦੀ ਆਪਣੇ ਸਰੀਰ ਦੇ ਬਾਬਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਹੈ। ਕਿਸੇ ਨੂੰ ਕੋਈ ਰੋਗ ਲੱਗਿਆ ਹੋਇਆ, ਉਹਦੀ ਸਿਰਫ ਕਾਮਨਾ ਇੱਥੇ ਤੱਕ ਹੀ ਆ ਕਿ ਮੇਰਾ ਸਰੀਰ ਤੰਦਰੁਸਤ ਹੋ ਜਾਵੇ। ਕਿਸੇ ਮਨੁੱਖ ਨੂੰ ਗਰੀਬੀ ਆ, ਉਹਦੀ ਕਾਮਨਾ ਇੱਥੇ ਤੱਕ ਹੀ ਆ ਕਿ ਮੇਰੀ ਸਤਿਗੁਰੂ ਜੀ ਗਰੀਬੀ ਦੂਰ ਕਰ ਦੇਣ। ਕਿਸੇ ਪੁਰਖ ਦੀ ਕੋਈ ਕਾਮਨਾ ਹੈ, ਕਿਸੇ ਦੀ ਸੰਸਾਰਕ ਮਾਣ ਵਡਿਆਈ ਲੈਣ ਦੀ ਕਾਮਨਾ ਹੈ, ਕਿਸੇ ਦੀ ਕੋਈ ਹੋਰ ਪਦਾਰਥਾਂ ਦੀ ਇੱਛਾ ਦੀ ਕਾਮਨਾ ਹੈ। ਤੇ ਇਸ ਕਰਕੇ ਵੱਖਰੀ ਵੱਖਰੀ ਕਾਮਨਾ ਸਤਿਗੁਰੂ ਜੀ ਕਹਿੰਦੇ ਨੇ। ਪਰ ਇੱਥੇ ਸਾਵਣ ਦੇ ਮਹੀਨੇ ਵਿੱਚ ਸਤਿਗੁਰੂ ਜੀ ਕਹਿੰਦੇ ਜਿਹੜੇ ਰੱਬੀ ਪਿਆਰ ਵਾਲੀ ਕਾਮਨੀ ਆ, ਜਿਹੜੀ ਕੋਈ ਜੀਵ ਰੂਪੀ ਇਸਤਰੀ ਰੱਬ ਦੇ ਪਿਆਰ ਵਿੱਚ ਰੰਗੀ ਹੋਈ ਆ, ਜਿਹੜੀ ਸਿਰਫ ਪਰਮੇਸ਼ਰ ਦੇ ਚਰਨਾਂ ਦਾ ਆਸਰਾ ਹੀ ਮੰਗਦੀ ਹੈ, ਚਰਨ ਕਮਲ ਸਿਉ ਪਿਆਰ, ਉਹਨੂੰ ਕੋਈ ਹੋਰ ਸੰਸਾਰ ਦੇ ਪਦਾਰਥ ਚੰਗੇ ਨਹੀਂ ਲੱਗਦੇ, ਭਾਵੇਂ ਮਹਿਲ ਮਾੜੀਆਂ, ਭਾਵੇਂ 4 ਚਫੇਰੇ ਉਹਦੇ ਪਦਾਰਥ ਵੀ ਹੋਣ, ਉਹਨਾਂ ਨੂੰ ਰੱਬ ਦੇ ਪਿਆਰ ਦੀ ਜ਼ਰੂਰਤ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਬੜੇ ਗੁਰਸਿੱਖਾਂ ਦਾ ਇਤਿਹਾਸ ਆਉਂਦਾ।
ਭਾਈ ਬੁੱਧੂ ਸ਼ਾਹ ਪੀਰ ਜਿਹੜਾ ਸਡੌਰੇ ਦੇ ਰਹਿਣ ਵਾਲਾ, ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਭਗਾਣੀ ਦੇ ਯੁੱਧ ਦੇ ਬਾਅਦ ਜਦੋਂ ਯੁੱਧ ਦੀ ਸਮਾਪਤੀ ਹੋਈ, ਭਾਈ ਬੁੱਧੂ ਸ਼ਾਹ ਉਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਆਗਿਆ ਲੈਣ ਵਾਸਤੇ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੋਇਆ। ਤੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਸ ਵੇਲੇ ਆਪਣੇ ਸੀਸ ਤੇ ਕੰਘਾ ਕਰ ਰਹੇ ਸੀ ਤੇ ਬੁੱਧੂ ਸ਼ਾਹ ਨੇ ਜਾ ਕੇ ਮੱਥਾ ਟੇਕਿਆ। ਸਾਹਿਬ ਕਹਿਣ ਲੱਗੇ, ਆ ਭਾਈ ਬੁੱਧੂ ਸ਼ਾਹ, ਤੈਂ ਵੀ ਸਾਡੀ ਬੜੀ ਮਦਦ ਕੀਤੀ ਆ, ਤੈਨੂੰ ਅਸੀਂ ਕੀ ਦਈਏ ਭਾਈ, ਜੋ ਤੂੰ ਮੰਗਣਾ ਮੰਗ ਲੈ, ਜੋ ਤੇਰੇ ਮਨ ਦੀ ਇੱਛਾ ਹੈ ਤੂੰ ਉਹ ਮੰਗ ਲਾ। ਬੁੱਧੂ ਸ਼ਾਹ ਨੇ ਹੱਥ ਜੋੜ ਕੇ ਅੱਖਾਂ ਵਿੱਚ ਪਾਣੀ ਭਰ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੈਨੂੰ ਕੁਛ ਨਹੀਂ ਚਾਹੀਦਾ, ਮੈਨੂੰ ਤਾਂ ਆਪ ਦੇ ਚਰਨਾਂ ਦਾ ਪਿਆਰ ਚਾਹੀਦਾ। ਜੇ ਬਹੁਤ ਆਪ ਜੀ ਤਰੁੱਠੇ ਹੋ, ਬੜੇ ਮੇਰੇ ਤੇ ਖੁਸ਼ ਹੋਏ ਹੋ, ਤੇ ਮੈਨੂੰ ਆ ਜਿਹੜਾ ਆਪ ਜੀ ਦੇ ਹੱਥ ਦੇ ਵਿੱਚ ਕੰਘਾ ਸੋਭ ਰਿਹਾ ਮਹਾਰਾਜ, ਸੀਸ ਵਿੱਚ ਕੰਘਾ ਕਰ ਰਹੇ ਹੋ, ਇਹ ਕੰਘਾ ਮੈਨੂੰ ਦੇ ਦਿਓ। ਇਹ ਜਦੋਂ ਮੈਂ ਤੁਹਾਡੇ ਕੰਘੇ ਦੇ ਦਰਸ਼ਨ ਕਰੂੰਗਾ, ਮੈਨੂੰ ਤੁਹਾਡੇ ਦਰਸ਼ਨ ਹੁੰਦੇ ਰਹਿਣਗੇ। ਸਾਧ ਸੰਗਤ ਜੀ, ਉਸ ਵੇਲੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬੜੇ ਖੁਸ਼ ਹੋਏ। ਉਹੀ ਕੰਘਾ ਸਮੇਤ ਕੇਸਾਂ ਦੇ ਵਿੱਚ, ਉਹਦੇ ਵਿੱਚ ਕੇਸ ਫਸੇ ਹੋਏ ਸੀ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ, ਉਹੀ ਕੰਘਾ ਬੁੱਧੂ ਸ਼ਾਹ ਦੇ ਹੱਥ ਤੇ ਰੱਖ ਦਿੱਤਾ। ਕਹਿਣ ਲੱਗੇ, ਬੁੱਧੂ ਸ਼ਾਹ, ਇਹ ਨਾ ਕਹੀਂ ਤੇਰੇ ਪੁੱਤਰ ਸ਼ਹੀਦ ਹੋ ਗਏ, ਤੇਰੇ ਪੁੱਤਰ ਸੱਚਖੰਡ ਵਿੱਚ ਬੈਠੇ ਨੇ, ਜਦੋਂ ਤੱਕ ਸਾਡਾ ਨਾਮ ਰਹੂਗਾ ਤੇਰੇ ਪੁੱਤਰਾਂ ਦਾ ਨਾਮ ਵੀ ਧਰਤੀ ਤੇ ਰਹੂਗਾ। ਇਹ ਰੱਬੀ ਪਿਆਰ ਵਾਲੀਆਂ ਰੂਹਾਂ ਜਿਹੜੀਆਂ ਹੁੰਦੀਆਂ ਨੇ, ਉਹਨਾਂ ਦੀਆਂ ਮੰਗਾਂ ਐਸੀਆਂ ਵੈਸੀਆਂ ਹੁੰਦੀਆਂ ਨੇ, ਉਹਨਾਂ ਦੇ ਅੰਦਰ ਕੋਈ ਹੋਰ ਸੰਸਾਰੀ ਪਦਾਰਥਾਂ ਦੀ ਲਾਲਚ ਕੋਈ ਨਹੀਂ ਹੁੰਦਾ, ਹੋਰ ਸੰਸਾਰਕ ਮਾਣ ਵਡਿਆਈਆਂ ਦੀ ਇੱਛਾ ਕੋਈ ਨਹੀਂ ਹੁੰਦੀ। ਉਹ ਤਾਂ ਸਿਰਫ ਰੱਬੀ ਪਿਆਰ ਵਿੱਚ, ਉਹਨਾਂ ਦੇ ਪਿਆਰ ਦੀ ਕੋਈ ਮੁੱਲ ਨਹੀਂ ਆ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਇਤਿਹਾਸ ਨੂੰ ਬਾਚਿਆ ਜਾਵੇ। ਬੜੇ ਬੜੇ ਸਿੱਖ ਗਨੀ ਖਾਂ, ਨਬੀ ਖਾਂ ਵਰਗਿਆਂ ਨੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਉਸ ਵੇਲੇ ਮੰਜੇ ਤੇ ਚੱਕ ਕੇ ਉੱਚ ਦਾ ਪੀਰ ਬਣਾ ਕੇ ਉਸ ਵੇਲੇ ਸਤਿਗੁਰੂ ਜੀ ਦੀ ਸੇਵਾ ਕੀਤੀ। ਜਦੋਂ ਚੰਗੇ ਚੰਗੇ ਗੁਰਸਿੱਖ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਿਆਰ ਵਾਲੇ ਜਿਹੜੇ ਮਸੰਦ ਸਨ, ਭਾਈ ਗੁਲਾਬ ਸਿੰਘ ਤੇ ਭਾਈ ਪੰਜਾਬ ਸਿੰਘ ਵਰਗੇ ਸਤਿਗੁਰੂ ਜੀ ਨੂੰ ਜਵਾਬ ਦੇ ਗਏ। ਉਸ ਵੇਲੇ ਗਨੀ ਖਾਂ, ਨਬੀ ਖਾਂ ਵਰਗਿਆਂ ਨੇ ਮੋਹਰੇ ਹੋ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੂੰ ਮੋਢਿਆਂ ਤੇ ਚੱਕ ਕੇ ਸਾਧ ਸੰਗਤ ਜੀ ਆਲਮਗੀਰ ਤੱਕ ਪਹੁੰਚਾਉਣਾ ਕੀਤਾ। ਤੇ ਸਤਿਗੁਰੂ ਜੀ ਨੇ ਖੁਸ਼ ਹੋ ਕੇ ਫਿਰ ਗਨੀ ਖਾਂ, ਨਬੀ ਖਾਂ ਨੂੰ ਇੱਕ ਹੁਕਮਨਾਮਾ ਦਿੱਤਾ। ਕਹਿਣ ਲੱਗੇ, ਗੁਰਮੁਖੋ, ਇਹ ਹੁਕਮਨਾਮੇ ਦੀ ਇਹ ਸ਼ਰਧਾ ਪਿਆਰ ਦੇ ਨਾਲ ਇਹਨੂੰ ਸੰਭਾਲ ਕੇ ਰੱਖਿਓ। ਉਸ ਹੁਕਮਨਾਮੇ ਵਿੱਚ ਸਤਿਗੁਰੂ ਜੀ ਨੇ ਲਿਖਿਆ ਕਿ ਮੇਰੇ ਫਰਜ਼ੰਦ ਨੇ ਇਹਨਾਂ ਦੀ ਮੇਰੀ ਬੜੀ ਸੇਵਾ ਕੀਤੀ ਆ। ਜਿਹੜਾ ਕੋਈ ਪੁਰਖ ਇਹਨਾਂ ਦੀ ਭਾਈ ਦਰਸ਼ਨ ਕਰੂਗਾ, ਮੇਰੇ ਹੀ ਦਰਸ਼ਨ ਹੋਣਗੇ, ਮੇਰੇ ਦਰਸ਼ਨਾਂ ਜਿੰਨਾ ਲਾਭ ਉਹਨੂੰ ਹੋਵੇਗਾ। ਜਿਹੜਾ ਕੋਈ ਇਹਨਾਂ ਦੀ ਸੇਵਾ ਕਰੂਗਾ, ਮੇਰੀ ਸੇਵਾ ਹੋਵੇਗੀ। ਉਹ ਜਿਹੜਾ ਹੁਕਮਨਾਮਾ ਅੱਜ ਵੀ ਉਹਨਾਂ ਦੀ ਔਲਾਦ ਦੇ ਕੋਲ ਲਿਖਿਆ ਪਿਆ। ਇਹ ਪਿਆਰ ਵਾਲੀਆਂ ਰੂਹਾਂ ਦੀਆਂ ਸਾਧ ਸੰਗਤ ਜੀ ਮੰਗਾਂ ਸੰਸਾਰ ਦੀਆਂ ਮੰਗਾਂ ਨਾਲ ਨਹੀਂ ਰਲਦੀਆਂ। ਤਾਂ ਸਤਿਗੁਰੂ ਜੀ ਕਹਿੰਦੇ, ਸਾਬਣ ਸਰਸੀ ਕਾਮਣੀ, ਜਿਹੜੀ ਕਾਮਨੀ ਪਿਆਰ ਵਾਲੀ, ਰੱਬੀ ਪਿਆਰ ਵਾਲੀ ਇਸਤਰੀ ਆ, ਉਹ ਰੱਬ ਦੇ ਪਿਆਰ ਤੋਂ ਬਿਨਾ ਹੋਰ ਸੰਸਾਰ ਵਿੱਚ ਭਾਵੇਂ ਉਹਨੂੰ ਹੋਰ ਪਦਾਰਥ ਮਿਲੇ ਜਾਂ ਨਾ ਮਿਲੇ, ਉਹਨੂੰ ਕੋਈ ਸੰਸਾਰ ਸਤਿਕਾਰ ਦਿੰਦਾ ਹੋਵੇ ਜਾਂ ਨਾ ਦਿੰਦਾ ਹੋਵੇ, ਉਹਦੇ ਕੋਲ ਮਕਾਨ ਹੋਵੇ ਜਾਂ ਨਾ ਹੋਵੇ, ਸਤਿਗੁਰੂ ਜੀ ਬਾਣੀ ਵਿੱਚ ਲਿਖਦੇ, ਬਸਦਾ ਟੁੱਟੀ ਝੌਂਪੜੀ, ਚੀਰ ਸਭ ਛਿੰਨਾ, ਜਾਤ ਨਾ ਪਾਤ ਨਾ ਆਦਰੋ, ਉਦਿਆਨ ਪਰਮਿੰਨਾ, ਮਿੱਤਰ ਨਾ ਇਠ ਧਨ ਰੂਪਹੀਣ, ਕਿ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਤਿਸ ਕੀ ਧੂੜ ਮਨ ਉਧਰੇ ਪ੍ਰਭ ਹੋਏ ਸੋ ਪ੍ਰਸੰਨਾ। ਐਸੇ ਪੁਰਖ ਦੀ ਧੂੜ ਕਿਤੇ ਮਿਲ ਜਾਵੇ, ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਪ੍ਰਸੰਨ ਹੋ ਜਾਂਦਾ। ਐਸੇ ਮਹਾਂਪੁਰਖ ਦੀ ਧੂੜ ਮਿਲ ਜਾਵੇ, ਪਰਮੇਸ਼ਰ ਦੀ ਖੁਸ਼ੀ ਮਿਲ ਜਾਂਦੀ ਆ। ਚਰਨ ਕਮਲ ਸਿਉ ਪਿਆਰ, ਮਨ ਤਨ ਰਤਾ ਸੱਚ ਰੰਗ, ਇੱਕੋ ਨਾਮ ਆਧਾਰ। ਉਹਨਾਂ ਦਾ ਮਨ ਤਾਂ ਤਨ ਪਾਈ ਪਰਮੇਸ਼ਰ ਦੇ ਨਾਮ ਦੇ ਵਿੱਚ ਹੀ ਰਤਿਆ ਹੁੰਦਾ। ਉਹਨਾਂ ਨੂੰ ਕੋਈ ਹੋਰ ਸੰਸਾਰ ਦੀ ਗੱਲ ਚੰਗੀ ਲੱਗਦੀ ਨਹੀਂ ਹੈ। ਉਹ ਰੱਬੀ ਪਿਆਰ ਵਾਲੀਆਂ ਗੱਲਾਂ ਕਰਦੇ ਨੇ, ਰੱਬ ਦੀਆਂ ਪਿਆਰ ਵਾਲੀਆਂ ਗੱਲਾਂ ਸੁਣਨੀਆਂ ਚਾਹੁੰਦੇ ਨੇ, ਰੱਬ ਦੀ ਸਿਫਤ ਸਲਾਹ ਆਪਣੀ ਰਸਨਾ ਤੋਂ ਕਰਦੇ ਨੇ ਤੇ ਸੰਸਾਰ ਦੇ ਲੋਕਾਂ ਤੋਂ ਸੁਣਨ ਦੀ ਇੱਛਾ ਰੱਖਦੇ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਇਤਿਹਾਸ ਦੇ ਵਿੱਚ ਇੱਕ ਸਾਧ ਸੰਗਤ ਜੀ, ਪਹਾੜੀ ਰਾਜੇ ਭੀਮ ਚੰਦ ਦਾ ਵਜ਼ੀਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ CID ਲੈਣ ਵਾਸਤੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਰਹਿਣ ਲੱਗਿਆ। ਕੁਝ ਸਮਾਂ ਰਹਿੰਦਿਆਂ ਬਤੀਤ ਹੋਇਆ, ਗੁਰੂ ਦੇ ਦਰਸ਼ਨ ਕਰਦਿਆਂ ਮਨ ਦੇ ਅੰਦਰ ਤਬਦੀਲੀ ਆ ਗਈ। ਭਲੇ ਪੁਰਸ਼ਾਂ ਦੇ ਦਰਸ਼ਨ ਕਰ ਲੋ, ਮਨ ਦੀ ਬਿਰਤੀ ਸ਼ੁੱਧ ਹੋ ਜਾਂਦੀ ਹੈ। ਮਾੜੇ ਨਾਮ ਤੋਂ ਟੁੱਟੇ ਹੋਏ, ਰੱਬ ਤੋਂ ਟੁੱਟੀਆਂ ਹੋਈਆਂ ਰੂਹਾਂ ਦੇ ਦਰਸ਼ਨ ਕਰ ਲੋ, ਤੁਹਾਡੀ ਬਿਰਤੀ ਵੀ ਟੁੱਟ ਜਾਊਗੀ। ਇਸ ਕਰਕੇ ਭਾਈ, ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੇ, ਮਿੱਤਰ ਅਸਾਡੜੇ ਸਹੀ, ਹਉ ਢੁਡੇਂਦੀ ਜਗ ਸਵਾਇਆ, ਜਨ ਨਾਨਕ ਬਿਰਲੇ ਕੇਈ। ਜਦ ਬਹੁਤ ਸਮਾਂ ਸਤਿਗੁਰੂ ਜੀ ਦੇ ਦਰਸ਼ਨ ਕਰਦਿਆਂ, ਭਾਵੇਂ CID ਲੈਣ ਆਇਆ ਸੀ, ਪਰ ਗੁਰੂ ਗੋਬਿੰਦ ਸਿੰਘ ਦਾ ਦਰਸ਼ਨ ਕਰਕੇ ਇੱਕ ਦਿਨ ਸਾਹਿਬਾਂ ਦੇ
ਸਾਹਮਣੇ ਖੜਾ ਹੋ ਕੇ ਬੁੱਭਾ ਮਾਰ ਮਾਰ ਕੇ ਰੋਣ ਲੱਗ ਗਿਆ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿਣ ਲੱਗੇ, ਦੱਸ ਭਾਈ ਕੀ ਗੱਲ ਹੈ? ਕਹਿਣ ਲੱਗਾ, ਮਹਾਰਾਜ ਮੈਂ ਤਾਂ ਬੜਾ ਪਾਪੀ ਹਾਂ, ਮੈਂ ਤੁਹਾਡਾ ਸੱਚੇ ਪਾਤਸ਼ਾਹ ਭੇਤ ਲੈ ਕੇ ਰਾਜੇ ਭੀਮ ਚੰਦ ਨੂੰ ਦੱਸਣ ਵਾਸਤੇ ਮਹਾਰਾਜ ਮੈਂ ਤੁਹਾਡੇ ਕੋਲ ਆਇਆ ਸੀ, ਪਰ ਹੁਣ ਮੇਰੇ ਮਨ ਦੀ ਬਿਰਤੀ ਇਦਾਂ ਦੀ ਬਣ ਗਈ ਆ, ਮੇਰੇ ਮਨ ਦੇ ਵਿੱਚ ਤੁਹਾਡੇ ਅੰਦਰ ਪ੍ਰਤੀ ਇੰਨੀ ਸ਼ਰਧਾ ਬਣ ਗਈ ਆ ਕਿ ਮੈਂ ਉਸ ਪਾਪੀ ਦੇ ਰਾਜ ਵਿੱਚ ਜਾਵਾਂ ਹੀ ਨਾ, ਸਿਰਫ ਤੁਹਾਡੇ ਚਰਨਾਂ ਦੀ ਸੇਵਾ ਹੀ ਕਰਦਾ ਰਹਾ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਭਈ ਦੇਵੀ ਚੰਦਾ ਇਦਾਂ ਕਰ, ਤੂੰ ਇੱਕ ਵਾਰੀ ਚਲਿਆ ਜਾ, ਤੂੰ ਜਾ ਕੇ ਮੁੜ ਕੇ ਵਾਪਸ ਆ ਜੀ। ਜਦੋਂ ਦੇਵੀ ਚੰਦ ਵਾਪਸ ਗਿਆ, ਸਾਰੇ ਰਾਜੇ ਭੀਮ ਚੰਦ ਨੇ ਇਕੱਠੇ ਕੀਤੇ ਹੋਏ ਸੀ, ਉਹਨੇ ਦੱਸਿਆ ਸੀ ਕਿ ਦੇਵੀ ਚੰਦ ਵਜ਼ੀਰ ਨੇ ਅੱਜ ਆਉਣਾ, ਉਹਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਾਰੀ CID ਦੱਸੂਗਾ ਕਿ ਕਿਸ ਤਰ੍ਹਾਂ ਗੁਰੂ ਫੜਿਆ ਜਾਵੇ। ਜਦੋਂ ਸਾਰੇ ਰਾਜਿਆਂ ਦੀ ਇਕੱਤਰਤਾ ਹੋਈ ਤੇ ਦੇਵੀ ਚੰਦ ਨੇ ਖੜਾ ਹੋ ਕੇ ਭਰੇ ਪੰਡਾਲ ਦੇ ਵਿੱਚ ਰਾਜਿਆਂ ਦੀ ਸਭਾ ਵਿੱਚ ਇੱਕ ਬਚਨ ਕੀਤਾ। ਉਹ ਕਹਿਣ ਲੱਗਾ, ਉਹ ਗੱਲ ਸੁਣੋ ਮੇਰੀ, ਸਾਰੇ ਜਿੰਨੇ ਤੁਸੀਂ ਰਾਜੇ ਬੈਠੇ ਹੋ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਤੁਸੀਂ ਤਾਂ ਇੱਕ ਪਾਸੇ, ਪਹਾੜੀ ਰਾਜੇ ਇਕੱਠੇ ਹੋ ਕੇ ਤਾਂ ਇੱਕ ਪਾਸੇ, ਜੇ ਤੁਸੀਂ ਸਾਰੀਆਂ ਰੰਗਜੇਬ ਦੀਆਂ ਫੌਜਾਂ ਵੀ ਲੈ ਆਓ ਤਾਂ ਵੀ ਗੁਰੂ ਤੁਹਾਡੇ ਤੋਂ ਫੜਿਆ ਨਹੀਂ ਜਾ ਸਕਦਾ। ਗੁਰੂ ਨੂੰ ਤੁਸੀਂ ਜ਼ੋਰ ਕਰਕੇ ਤਾਂ ਗੁਰੂ ਨੂੰ ਕੋਈ ਫੜ ਨਹੀਂ ਸਕਦਾ, ਪ੍ਰੇਮ ਕਰਕੇ ਤਾਂ ਗੁਰੂ ਨੂੰ ਜਿਹੜਾ ਮਰਜ਼ੀ ਕੋਈ ਫੜ ਲਵੇ। ਪ੍ਰੇਮ ਕਰਕੇ ਤਾਂ ਭਾਈ ਬਿਧੀ ਚੰਦ ਸਾਧ ਸੰਗਤ ਜੀ ਭੱਠ ਵਿੱਚ ਵੜ ਕੇ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉੱਥੇ ਜਾ ਕੇ ਉਹਦੀ ਰੱਖਿਆ ਕੀਤੀ ਹੈ। ਪ੍ਰੇਮ ਦੇ ਵਿੱਚ ਆ ਕੇ ਤਾਂ ਭਾਈ ਜੋਗਾ ਸਿੰਘ ਦੀ ਸਤਿਗੁਰੂ ਜੀ ਬੇਸਵਾ ਦੇ ਦਰਵਾਜ਼ੇ ਤੇ ਆ ਕੇ ਸਾਰੀ ਰਾਤ ਪਹਿਰਾ ਵੀ ਦਿੱਤਾ। ਪ੍ਰੇਮ ਕਰਕੇ ਤਾਂ ਗੁਰੂ ਨੂੰ ਤੁਸੀਂ ਜਿੱਦਾਂ ਮਰਜ਼ੀ ਫੜ ਸਕਦੇ ਹੋ, ਭਾਈ ਜ਼ੋਰ ਕਰਕੇ ਤਾਂ ਭਾਵੇਂ ਦੁਨੀਆ ਦੀ ਕੋਈ ਤਾਕਤ ਵੀ ਹੋਵੇ ਗੁਰੂ ਨੂੰ ਫੜ ਨਹੀਂ ਸਕਦੀ। ਇਹ ਗੱਲ ਸੁਣ ਕੇ ਜਦੋਂ ਸਾਰੇ ਰਾਜੇ ਆਪਣੇ ਆਪਣੇ ਰਾਜਾਂ ਨੂੰ ਚਲੇ ਗਏ, ਭੀਮ ਚੰਦ ਨੂੰ ਬੜਾ ਗੁੱਸਾ ਚੜਿਆ। ਮੇਰਾ ਵਜ਼ੀਰ ਹੁੰਦਿਆਂ ਹੋਇਆਂ ਗੁਰੂ ਗੋਬਿੰਦ ਸਿੰਘ ਜੀ ਸਿਫਤ ਕਰ ਰਿਹਾ, ਔਰ ਮੇਰੀ ਜਿੰਨੇ ਰਾਜੇ ਮਹਾਰਾਜੇ ਮੈਂ ਇਕੱਠੇ ਕੀਤੇ ਸੀ, ਇਹਦੇ ਸਾਹਮਣੇ ਸਾਡਾ ਰਾਜਾ ਮਹਾਰਾਜਾ ਕੋਈ ਵੀ ਇੰਨੀ ਪਾਵਰ ਨਹੀਂ ਰੱਖਦਾ ਜਿੰਨੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਆ। ਰਾਜਿਆਂ ਦੇ ਜਾਣ ਤੋਂ ਮਗਰੋਂ ਰਾਜੇ ਭੀਮ ਚੰਦ ਨੇ ਫਿਰ ਇੱਕ ਫਤਵਾ ਲਾਇਆ। ਕਹਿਣ ਲੱਗਿਆ, ਭਾਈ ਇਹ ਜਿਨ੍ਹਾਂ ਅੱਖਾਂ ਨਾਲ ਗੁਰੂ ਦੇ ਦਰਸ਼ਨ ਕਰਦਾ ਰਿਹਾ ਨਾ, ਇਹਨੂੰ ਇਹ ਸਜ਼ਾ ਦਿਓ ਕਿ ਇਹਨੂੰ ਜੰਗਲ ਵਿੱਚ ਲੈ ਜਾਓ, 3-3 ਇੰਚ ਲੰਬੇ ਕਿੱਲ ਅੱਗ ਵਿੱਚ ਲਾਲ ਕਰਕੇ ਇਹਦੀਆਂ ਅੱਖਾਂ ਵਿੱਚ ਠੋਕ ਦਿਓ, ਅਤੇ ਜਦੋਂ ਇਹਦੀ ਮੌਤ ਹੋ ਜਾਊਗੀ ਇਹਦੀ ਲਾਸ਼ ਲਿਆ ਕੇ ਜਿਹੜਾ ਆਪਣੇ ਰਾਜ ਦੇ ਕਿਲੇ ਦਾ ਬਾਹਰ ਸ਼ਾਹੀ ਕਿਲੇ ਦਾ ਦਰਵਾਜ਼ਾ ਆ, ਉਹਦੇ ਸਾਹਮਣੇ ਲਾਸ਼ ਲਿਆ ਕੇ ਟੰਗ ਦਿਓ, ਤੇ ਇਹਨੂੰ ਪਤਾ ਲੱਗੇ ਵੀ ਗੁਰੂ ਭੀਮ ਚੰਦ ਰਾਜੇ ਭੀਮ ਚੰਦ ਦੀ ਹੁਕਮ ਅਦੂਲੀ ਦਾ ਇਹਨੂੰ ਇਹ ਸਜ਼ਾ ਮਿਲੀ ਆ। ਉਸ ਵੇਲੇ ਸਾਧ ਸੰਗਤ ਜੀ ਉਹ ਜਲਾਦਾਂ ਨੇ ਹੁਕਮ ਪਾ ਕੇ ਉਹ ਭੀਮ ਚੰਦ ਨੂੰ ਬੰਨ੍ਹ ਲਿਆ। ਭਾਵੇਂ ਭੀਮ ਚੰਦ ਵਜ਼ੀਰ ਸੀ ਕਿਸੇ ਟਾਈਮ ਤੇ, ਜਿਹੜੇ ਬੰਨਣ ਵਾਲੇ ਜਲਾਦ ਸੀ ਉਹਦੇ ਹੁਕਮ ਵਿੱਚ ਕਦੀ ਚੱਲਦੇ ਸੀ, ਪਰ ਅੱਜ ਉਹਨੂੰ ਬੰਨ੍ਹ ਕੇ ਜਦੋਂ ਲੈ ਕੇ ਚਲੇ ਗਏ ਸਾਧ ਸੰਗਤ ਜੀ, ਪਹਾੜੀ ਤੇ ਅੱਗ ਬਾਲ ਕੇ ਲਾਲ ਕਿੱਲ ਲਾਲ ਕਰ ਲਏ। ਤੇ ਭੀਮ ਚੰਦ ਨੂੰ ਜਲਾਦ ਹੱਥ ਜੋੜ ਕੇ ਕਹਿਣ ਲੱਗੇ, ਦੇਵੀ ਚੰਦ ਨੂੰ ਕਹਿਣ ਲੱਗੇ, ਹੱਥ ਜੋੜ ਕੇ ਜਲਾਦ ਕਹਿਣ ਲੱਗੇ, ਦੇਵੀ ਚੰਦਾ ਅੱਜ ਅਸੀਂ ਮਜਬੂਰ ਹਾਂ, ਕਦੀ ਤੇਰਿਆਂ ਇਸ਼ਾਰਿਆਂ ਤੇ ਚੱਲਦੇ ਸੀ, ਪਰ ਅੱਜ ਅਸੀਂ ਮਜਬੂਰ ਹਾਂ, ਤੇਰੀ ਕੋਈ ਮਦਦ ਨਹੀਂ ਕਰ ਸਕਦੇ। ਦੇਵੀ ਚੰਦ ਕਹਿਣ ਲੱਗਿਆ, ਜੇ ਤੁਸੀਂ ਮੇਰੀ ਕੋਈ ਮਦਦ ਕਰਨੀ ਹੈ ਨਾ, ਤੁਸੀਂ ਇਦਾਂ ਕਰੋ, ਮੈਨੂੰ 5-4 ਮਿੰਟ ਦਿਓ, ਮੈਂ ਤੁਹਾਨੂੰ ਇਸ਼ਾਰਾ ਕਰੂੰਗਾ, ਤੁਸੀਂ ਮੇਰੀਆਂ ਅੱਖਾਂ 'ਚ ਕਿੱਲ ਲਾ ਦਿਓ। ਉਸ ਵੇਲੇ ਦੇਵੀ ਚੰਦ ਨੇ ਧਰਿਆ ਧਿਆਨ, ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰਿਆ। ਧਿਆਨ ਧਰ ਕੇ ਦੇਵੀ ਚੰਦ ਜਦੋਂ ਬੈਠਿਆ ਇਸ਼ਾਰਾ ਕੀਤਾ, ਉਹਨਾਂ ਜਲਾਦਾਂ ਨੇ 2 ਹੀ ਕਿੱਲ ਚੱਕ ਕੇ ਦੋਹਾਂ ਅੱਖਾਂ ਦੇ ਵਿੱਚ ਗਰਮ ਗਰਮ ਸੜਦੇ ਕਿੱਲ 2 ਹੀ ਖੋਭ ਦਿੱਤੇ, ਤੇ ਭੀਮ ਚੰਦ ਪਿੱਛੇ ਨੂੰ ਦੇਵੀ ਚੰਦ ਪਿੱਛੇ ਨੂੰ ਡਿੱਗ ਗਿਆ, ਤੇ ਜਲਾਦ ਵਾਪਸ ਮੁੜਿਆ। ਤੇ ਜਦੋਂ ਦੇਵੀ ਚੰਦ ਦੀ ਅੱਖ ਖੁੱਲੀ, ਅੱਖ ਤੇ ਹੁਣ ਹੱਥ ਫੇਰਿਆ ਦੋਹਾਂ ਤੇ, ਕੋਈ ਕਿੱਲ ਨਹੀਂ ਆ, ਤੇ ਉਹਦੀ ਨਿਗਾਹ ਬਿਲਕੁਲ ਸਹੀ ਆ। ਤੇ ਉਹ ਦੇਵੀ ਚੰਦ ਫਿਰ ਮੁੜ ਕੇ ਸਿੱਧਾ ਆਨੰਦਪੁਰ ਸਾਹਿਬ ਨੂੰ ਚਾਲੇ ਪਾ ਦਿੱਤੇ, ਮੁੜ ਕੇ ਉਧਰ ਨੂੰ ਨਹੀਂ ਗਿਆ, ਰਾਜੇ ਭੀਮ ਚੰਦ ਵੱਲ ਨੂੰ ਨਹੀਂ ਗਿਆ, ਤੇ ਦੇਵੀ ਚੰਦ ਸਿੱਧਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਿਆ। ਜਦੋਂ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਅੰਦਰ ਵੜਨ ਲੱਗਿਆ ਤੇ ਪਹਿਰੇਦਾਰ ਨੇ ਰੋਕਿਆ, ਭਾਈ ਰੁਕ ਜਾ, ਠਹਿਰ ਜਾ, ਤੂੰ ਅੰਦਰ ਨਹੀਂ ਜਾ ਸਕਦਾ। ਦੇਵੀ ਚੰਦ ਕਹਿਣ ਲੱਗਿਆ, ਭਾਈ ਮੈਂ ਦੇਵੀ ਚੰਦ ਆ, ਮੈਂ ਇਕੱਲੇ ਹੀ ਇੱਥੋਂ ਗਿਆ ਸੀ। ਕਹਿਣ ਲੱਗਿਆ, ਤੂੰ ਜਾ ਨਹੀਂ ਸਕਦਾ, ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਸਰੀਰ ਚੰਗਾ ਨਹੀਂ ਹੈ, ਸਰੀਰ ਨੂੰ ਤਕਲੀਫ ਹੈ, ਇਸ ਕਰਕੇ ਅੰਦਰ ਹੁਕਮ ਕਿਸੇ ਨੂੰ ਜਾਣ ਦਾ ਨਹੀਂ ਹੈ, ਇਸ ਕਰਕੇ ਤੂੰ ਅੰਦਰ ਨਹੀਂ ਜਾ ਸਕਦਾ। ਦੇਵੀ ਚੰਦ ਪੁੱਛਣ ਲੱਗਿਆ, ਗੱਲ ਕੀ ਆ? ਉਹ ਕਹਿਣ ਲੱਗਿਆ, ਪਤਾ ਨਹੀਂ, ਸੁਣੀ ਸੁਣਾਈ ਗੱਲ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪਣੇ ਸਿੰਘਾਸਨ ਤੇ ਬੈਠੇ ਸੀ, ਬੈਠਿਆਂ ਬੈਠਿਆਂ ਉਹਨਾਂ ਦੇ ਪੈਰਾਂ ਵਿੱਚੋਂ ਲਹੂ ਚੱਲਣ ਲੱਗ ਗਿਆ, ਤੇ ਹੁਣ ਵੀ ਪੱਟੀਆਂ ਬੰਨੀਆਂ ਹੋਈਆਂ ਨੇ,
ਤੇ ਪੱਟੀਆਂ ਵਿੱਚੋਂ ਲਹੂ ਸਿਮ ਰਿਹਾ ਔਰ ਸੰਗਤ ਨੂੰ ਕੋਈ ਪਤਾ ਨਹੀਂ ਇਹ ਗੱਲ ਕੀ ਹੋਈ ਹੈ। ਤੇ ਦੇਵੀ ਚੰਦ ਜਦੋਂ ਥੋੜੇ ਸਮੇਂ ਵਾਸਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਅੰਦਰੋਂ ਆਵਾਜ਼ ਮਾਰੀ, ਕਹਿਣ ਲੱਗੇ ਕੌਣ ਆ ਭਾਈ? ਕਹਿਣ ਲੱਗੇ ਮਹਾਰਾਜ ਦੇਵੀ ਚੰਦ ਹੈ। ਕਹਿਣ ਲੱਗੇ ਅੰਦਰ ਭੇਜ ਦਿਓ। ਜਿਹੜੇ ਦੇਵੀ ਚੰਦ ਅੰਦਰ ਗਿਆ, ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਚਰਨਾਂ ਤੇ ਪੱਟੀਆਂ ਬੰਨੀਆਂ ਹੋਈਆਂ, ਉਹਨਾਂ ਦੇ ਵਿੱਚੋਂ ਲਹੂ ਸਿਮ ਰਿਹਾ, ਪੱਟੀਆਂ ਦੇ ਉੱਪਰ ਸਾਫ਼ ਦਿਸ ਰਿਹਾ ਕਿ ਲਹੂ ਵਿੱਚੋਂ ਨਿਕਲ ਰਿਹਾ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਤੇ ਦੇਵੀ ਚੰਦ ਨੇ ਮੱਥਾ ਟੇਕਿਆ, ਸੱਚੇ ਪਾਤਸ਼ਾਹ ਆਪ ਜੀ ਦੇ ਚਰਨਾਂ ਨੂੰ ਕੀ ਤਕਲੀਫ ਹੋਈ ਆ? ਸਾਹਿਬ ਕਹਿਣ ਲੱਗੇ ਦੇਵੀ ਚੰਦਾ ਤਕਲੀਫ ਤਾਂ ਕੋਈ ਨਹੀਂ ਆ, ਤੂੰ ਆਪਣਾ ਕੱਲ ਵਾਲਾ ਬਚਨ ਸੁਣਾ, ਤੇਰੇ ਨਾਲ ਕੀ ਵਰਤੀ ਆ? ਉਹ ਕਹਿਣ ਲੱਗਿਆ ਮਹਾਰਾਜ ਮੈਂ ਜਦੋਂ ਆਪ ਜੀ ਦੀ ਮਹਿਮਾ ਰਾਜੇ ਭੀਮ ਚੰਦ ਦੇ ਦਰਬਾਰ ਵਿੱਚ ਕੀਤੀ ਤੇ ਰਾਜੇ ਭੀਮ ਚੰਦ ਨੇ ਮੈਨੂੰ ਸਜ਼ਾ ਸੁਣਾ ਦਿੱਤੀ, ਜਿਨ੍ਹਾਂ ਅੱਖਾਂ ਨਾਲ ਇਹ ਗੁਰੂ ਦੇ ਦਰਸ਼ਨ ਕਰਦਾ ਰਿਹਾ, ਉਹ ਅੱਖਾਂ ਵਿੱਚ 3-3 ਇੰਚ ਲੰਬੇ ਕਿੱਲ ਗਰਮ ਕਰਕੇ ਖੋਬ ਦਿਓ। ਕਹਿਣ ਲੱਗਿਆ ਸੱਚੇ ਪਾਤਸ਼ਾਹ ਮੈਨੂੰ ਜਲਾਦ ਪਹਾੜੀ ਤੇ ਲੈ ਗਏ, ਕਿੱਲ ਗਰਮ ਕਰਕੇ ਮੇਰੀਆਂ ਅੱਖਾਂ ਵਿੱਚ ਠੋਕ ਦਿੱਤੇ, ਪਰ ਮੈਂ ਜਦੋਂ ਸਵੇਰੇ ਉੱਠਿਆ ਨਾ ਉੱਥੇ ਕਿੱਲ ਸਨ, ਨਾ ਮੈਨੂੰ ਕੋਈ ਤਕਲੀਫ ਸੀ, ਮੈਂ ਸਿੱਧਾ ਆਪ ਜੀ ਦੇ ਚਰਨਾਂ ਵਿੱਚ ਪਹੁੰਚਿਆ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪਣੇ ਸਰਾਣੇ ਦੇ ਥੱਲੇ ਨੂੰ ਹੱਥ ਕਰਕੇ ਸਤਿਗੁਰਾਂ ਨੇ 2 ਕਿੱਲ ਕੱਢੇ, ਕਹਿਣ ਲੱਗੇ ਦੇਵੀ ਚੰਦਾ ਕਿਤੇ ਆਹੀ ਤਾਂ ਨਹੀਂ ਸੀ? ਉਹ ਦੇਵੀ ਚੰਦ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ। ਕਹਿਣ ਲੱਗਾ ਮਹਾਰਾਜ ਕਿੱਲ ਤਾਂ ਉਹੀ ਆ, ਪਰ ਇੱਥੇ ਕਿੱਦਾਂ ਪਹੁੰਚ ਗਏ? ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਦੇਵੀ ਚੰਦਾ ਤੂੰ ਸਾਡਾ ਬੜਾ ਭਲਾ ਕਰ ਦਿੱਤਾ, ਤੂੰ ਸਾਡੇ ਤੇ ਬਹੁਤ ਪਰਉਪਕਾਰ ਕੀਤਾ। ਦੇਵੀ ਚੰਦ ਪੁੱਛਣ ਲੱਗਿਆ ਮਹਾਰਾਜ ਮੈਂ ਤੁਹਾਡੇ ਤੇ ਕੀ ਪਰਉਪਕਾਰ ਕਰਨਾ? ਕਹਿਣ ਲੱਗੇ ਦੇਵੀ ਚੰਦਾ ਜਦੋਂ ਤੇਰੀਆਂ ਅੱਖਾਂ ਵਿੱਚ ਕਿੱਲ ਚੁੱਭਣ ਲੱਗੇ ਜਲਾਦ, ਤੂੰ ਸਾਡੇ ਚਰਨਾਂ ਦਾ ਧਿਆਨ ਧਰਿਆ ਹੋਇਆ ਸੀ ਤੇ ਉਹ ਤੇਰੀਆਂ ਅੱਖਾਂ ਦੇ ਮੋਹਰੇ ਸੀ ਸਾਡੇ ਚਰਨ। ਜਦੋਂ ਜਲਾਦਾਂ ਨੇ ਕਿੱਲ ਠੋਕਿਆ ਉਹ ਕਿੱਲ ਤੇਰੀਆਂ ਅੱਖਾਂ 'ਚ ਨਹੀਂ ਚੁੱਭੇ, ਉਹ ਸਾਡੀਆਂ ਚਰਨਾਂ ਵਿੱਚ ਚੁੱਭ ਗਏ। ਜੇ ਤੂੰ ਕਿਤੇ ਸਾਡੀਆਂ ਅੱਖਾਂ ਦਾ ਧਿਆਨ ਧਰ ਲੈਂਦਾ ਤੇ ਉਹ ਕਿੱਲ ਸਾਡੀਆਂ ਅੱਖਾਂ ਵਿੱਚ ਚੁੱਭ ਜਾਣੇ ਸੀ। ਜਿਹੜੀ ਚਰਨਾਂ ਦੇ ਪਿਆਰ ਵਾਲੀ ਇਸਤਰੀ ਹੈ, ਜਿਹੜੀਆਂ ਰੂਹਾਂ ਪਿਆਰ ਵਾਲੀਆਂ ਨੇ, ਉਹਨਾਂ ਦਾ ਸਿਰਫ ਗੁਰੂ ਦੇ ਚਰਨਾਂ ਤੱਕ ਪਿਆਰ ਹੈ, ਉਹਨਾਂ ਨੂੰ ਹੋਰ ਕੋਈ ਸੰਸਾਰ ਦੀ ਵਸਤੂ ਚੰਗੀ ਨਹੀਂ ਲੱਗਦੀ। ਚਰਨ ਕਮਲ ਸਿਓ ਪਿਆਰ ਮਨ ਤਨ ਰਤਾ ਸੱਚ ਰੰਗ, ਇੱਕ ਸਿਰਫ ਸੱਚੇ ਰੰਗ ਦੇ ਵਿੱਚ, ਪਰਮੇਸ਼ਰ ਦੇ ਨਾਮ ਦੇ ਵਿੱਚ, ਪਰਮੇਸ਼ਰ ਦੇ ਰੰਗ ਦੇ ਵਿੱਚ ਰੰਗੀਆਂ ਹੋਈਆਂ ਇੱਕੋ ਨਾਮ ਆਧਾਰ, ਵਿਖਿਆ ਰੰਗ ਕੁੜਾਵਿਆ ਦਿਸਣ ਸਭੇ ਸ਼ਾਰ। ਉਹਨਾਂ ਨੂੰ ਸੰਸਾਰ ਦੇ ਸਾਰੇ ਭਾਵੇਂ ਦੇਖਣ ਵਾਸਤੇ ਸੁਖ ਪ੍ਰਤੀਤ ਹੁੰਦਾ, ਜਿੰਨੇ ਸੁਖ ਨੇ ਸਾਧ ਸੰਗਤ ਜੀ, ਜਿੰਨੇ ਵੱਡੇ ਵੱਡੇ ਰਾਜੇ ਮਹਾਰਾਜੇ ਨੇ, ਜਿਨ੍ਹਾਂ ਰਾਜਾਂ ਵਿੱਚ ਸੁਖ ਹੁੰਦਾ ਤੇ ਰਾਜੇ ਮਹਾਰਾਜੇ ਰਾਜ ਛੱਡ ਕੇ ਮਹਾਪੁਰਖਾਂ ਦੀ ਸ਼ਰਨ ਗ੍ਰਹਿਣ ਨਾ ਕਰਦੇ। ਗੋਪੀ ਚੰਦ ਨੇ, ਰਾਜੇ ਗੋਪੀ ਚੰਦ ਦੀ 360 ਰਾਣੀ ਸੀ, 360 ਰਾਣੀਆਂ ਛੱਡ ਕੇ ਜਲੰਧਰੀ ਨਾਥ ਦੇ ਚਰਨਾਂ ਵਿੱਚ ਚਲਿਆ ਗਿਆ। ਰਾਜੇ ਭਰਥਰੀ ਦੇ ਕਿੱਡਾ ਵੱਡਾ ਰਾਜ ਸੀ, ਉਹ ਆਪਣਾ ਰਾਜ ਛੱਡ ਕੇ ਗੋਰਖਨਾਥ ਦੇ ਚਰਨਾਂ ਵਿੱਚ ਚਲਿਆ ਗਿਆ। ਉਹ ਰਾਜ ਦੇ ਵਿੱਚ ਉਹਨਾਂ ਨੇ ਦੇਖਿਆ ਕੋਈ ਸੁੱਖ ਨਹੀਂ ਆ। ਰਾਜ ਭਾਗ ਭਾਵੇਂ ਬੜੇ ਵੱਡੇ ਵੱਡੇ ਦੇਖਣ ਵਾਸਤੇ ਸਾਨੂੰ ਸੁੱਖ ਪ੍ਰਤੀਤ ਹੁੰਦੇ ਨੇ, ਪਰ ਸਾਧ ਸੰਗਤ ਜੀ ਜਿੰਨਾ ਦੁੱਖ ਇਹਨਾਂ ਦੇ ਵਿੱਚ ਹੈ ਉਹ ਇਹਨਾਂ ਦੇ ਵਿੱਚ ਬੜੇ ਹੋਏ ਪੁਰਸ਼ਾਂ ਨੂੰ ਹੀ ਪਤਾ ਲੱਗਦਾ ਤੇ ਦੂਸਰਿਆਂ ਬੰਦਿਆਂ ਨੂੰ ਪਤਾ ਨਹੀਂ ਲੱਗਦਾ। ਇਹ ਜਿਹੜੇ ਜ਼ਹਿਰ ਦੇ ਸਾਧ ਸੰਗਤ ਜੀ ਵਿਖਿਆ ਰੰਗ, ਇਹ ਜ਼ਹਿਰ ਦੇ ਰੰਗ ਨੇ, ਸਾਨੂੰ ਚੰਗੇ ਲੱਗਦੇ ਨੇ। ਉਹ ਜਿੱਦਾਂ ਇਹ ਬਿਸ ਗੰਦਲਾਂ ਭਰੀਆਂ ਤਰੀਆਂ ਖੰਡ ਲਵਾੜ, ਬਾਬਾ ਫਰੀਦ ਸਾਹਿਬ ਜੀ ਦਾ ਬਚਨ ਹੈ, ਫਰੀਦਾ ਇਹ ਬਿਸ ਗੰਦਲਾਂ ਭਰੀਆਂ ਤਰੀਆਂ ਖੰਡ ਲਵਾੜ, ਇੱਕ ਰਾਹੇ ਦੇ ਰਹਿ ਗਏ ਕਰਾਦੀ ਗਏ ਉਜਾੜ। ਜ਼ਹਿਰ ਦੀਆਂ ਗੰਦਲਾਂ ਦੇ ਉੱਤੇ ਸਾਧ ਸੰਗਤ ਜੀ ਉੱਤੇ ਖੰਡ ਲਵੇੜ ਕੇ ਸਿੱਟ ਦਿੱਤੀ ਆ ਤੇ ਆਮ ਤੌਰ ਤੇ ਦੇਖਣ ਵਾਲੇ ਮਨੁੱਖ ਖੰਡ ਨੂੰ ਦੇਖ ਕੇ ਕਹਿੰਦੇ ਮਿੱਠੀਆਂ ਨੇ, ਪਰ ਜਦੋਂ ਉਹਨਾਂ ਦਾ ਅਖੀਰ ਵਿੱਚ ਰਿਜ਼ਲਟ ਆਉਂਦਾ ਉਹ ਜ਼ਹਿਰ ਦੀਆਂ ਗੰਦਲਾਂ ਨੇ, ਉਹਨਾਂ ਦਾ ਅਸਰ ਜ਼ਹਿਰ ਦਾ ਹੁੰਦਾ। ਤਾਂ ਸਤਿਗੁਰੂ ਜੀ ਕਹਿੰਦੇ ਵਿਖਿਆ ਰੰਗ ਕੂੜਾਵਿਆ। ਜਿਹੜੇ ਬਾਕੀ ਸੰਸਾਰ ਦੇ ਜਿੰਨੇ ਵੀ ਰੰਗ ਨੇ ਤੁਹਾਨੂੰ ਦੇਖਣ ਵਾਸਤੇ ਚੰਗੇ ਲੱਗਦੇ ਨੇ, ਸਤਿਗੁਰੂ ਜੀ ਕਹਿੰਦੇ ਜ਼ਹਿਰ ਦੇ ਰੰਗ ਨੇ। ਦਿਸਣ ਸਭੇ ਸ਼ਾਰ, ਇਹ ਤਾਂ ਅਖੀਰ ਵਿੱਚ ਕਦੀ ਨਾ ਕਦੀ ਕਿਸੇ ਸਮੇਂ ਤੇ ਖਤਮ ਹੋ ਜਾਣਗੇ। ਵਿਖਿਆ ਰੰਗ ਕੁੜਾਵਿਆ ਦਿਸਣ ਸਭੇ ਸ਼ਾਰ, ਹਰ ਅੰਮ੍ਰਿਤ ਬੂੰਦ ਸੁਹਾਵਣੀ। ਜੇ ਕੇਵਲ ਤੇ ਕੇਵਲ ਪਾਈ ਕਿਸੇ ਨੂੰ ਅੰਮ੍ਰਿਤ ਰੂਪੀ ਬੂੰਦ ਕਿਤੇ ਮਿਲਦੀ ਆ ਤਾਂ ਮਹਾਪੁਰਸ਼ਾਂ ਮਿਲ ਸਾਧੂ ਪੀਵਣ ਹਾਰ। ਮਹਾਪੁਰਸ਼ਾਂ ਤੋਂ ਬਿਨਾਂ ਅੰਮ੍ਰਿਤ ਰੂਪੀ ਬੂੰਦ ਕਿਸੇ ਨੂੰ ਮਿਲਦੀ ਨਹੀਂ ਹੈ। ਭਾਵੇਂ ਜਿੰਨਾ ਮਰਜੀ ਸਮਿਆਂ ਬੰਦਗੀ ਕਰਦਾ ਰਹੇ, ਜਿੰਨਾ ਚਿਰ ਕਿਸੇ ਮਹਾਪੁਰਸ਼ ਦਾ ਮਿਲਾਪ ਨਹੀਂ ਹੁੰਦਾ ਰਸ ਨਹੀਂ ਆਉਂਦਾ। ਸੰਤ ਬਾਬਾ ਖੁਦਾ ਸਿੰਘ ਜੀ ਹੋਏ ਨੇ, ਉਹ ਮਹਾਪੁਰਸ਼ ਇੱਕ ਵਾਰੀ ਬੈਠੇ ਸੀ, ਉਹਨਾਂ ਦੇ ਚਰਨਾਂ ਵਿੱਚ ਇੱਕ ਉਦਾਸੀ ਮਹਾਤਮਾ ਸੰਤ ਪੋਹੂ ਰਾਮ ਹੋਏ ਆ। ਉਹ ਬਾਬਾ ਜੀ ਦੇ ਚਰਨਾਂ ਵਿੱਚ ਸੇਵਾ ਕਰਦੇ ਹੁੰਦੇ ਸੀ। ਇੱਕ ਦਿਨ ਬਾਬਾ ਖੁਦਾ ਸਿੰਘ ਜੀ ਦੀ ਉਹ ਲੱਤਾਂ ਘੁੱਟਦਾ ਸੀ ਪੋਹੂ ਰਾਮ। ਬਾਬਾ ਖੁਦਾ ਸਿੰਘ ਜੀ ਬੈਠੇ ਬੈਠੇ ਕਹਿਣ ਲੱਗੇ ਪੋਹੂ ਰਾਮਾ
कोई पिछली गल सुना ला। वो पहू राम कहन लग्या महाराज सच्चे पातशाह मेरा बहुत बड़ा डेरा आ, 500 मेरा चेला कि महाराज मेरा जदों गुरु गद्दी ते बहिंदा सी दुनिया आके मत्था टेकदी सी ते बहुत दुनिया आके चढ़ावे चढ़ाउंदी सी। मेरे मन की बिरती बनी रहनी भी गुरु चढ़ाई कर जाण गद्दी मैनू मिल जाए। इन्हां नूं कोई सुख होना गद्दी विच? देखो गदैले ते बैठे आ दुनिया मत्थे टेकदी आ। कहंदे मेरे मन की भावना पहू राम कहंदा यही बनी रहनी। कहन लग्या महाराज एक दिन फिर मेरा गुरु चढ़ाई कर गया। चढ़ाई करन तो बाद सारिਆਂ ने इकट्ठे होकर जिहड़ी गद्दी सी मैनू मिलनी सी वो गद्दी कहंदा मैनू मिल गई। गद्दी ते कहंदा बैठिया मैं सोचिया भी इन्हां नूं मेरे गुरु नूं बड़ा सुख आनंद होऊगा, जिहड़ा बड़ा बहुत आनंद विच बैठा लगदा सी। कहंदे जदों मैं गदैले ते बैठिया उस गद्दी ते मन दे अंदर परेशानी बनी रहनी, सुख ना कोई मिलिया। दुनिया ने आके मत्थे टेकने पर सुख नहीं प्रतीत, सुख मिलिया नहीं। कहन लग्या महाराज एक रात फिर मैं सारा ही अपना डेरा छड्ड के जिन्ने मेरे सेवादार सन मैं सारिਆਂ ਨੂੰ ਛੱਡ ਕੇ ਜਦੋਂ ਤੁਹਾਡੇ ਚਰਨਾਂ ਵਿੱਚ ਆ ਕੇ ਮੱਥਾ ਟੇਕਿਆ, ਜੋ ਸ਼ਾਂਤੀ ਮੈਨੂੰ ਤੁਹਾਡੇ ਚਰਨਾਂ ਵਿੱਚ ਮਿਲੀ ਆ ਨਾ ਇਹ ਮੈਨੂੰ ਉੱਥੇ ਲੋਕਾਂ ਤੋਂ ਪੂਜਾ ਕਰਾ ਕੇ ਨਹੀਂ ਮਿਲੀ। ਜਾਂ ਮੇਰੇ ਕੋ ਉੱਥੇ ਇੰਨੇ ਸੁੱਖ ਸੀ, ਏਡਾ ਵੱਡਾ ਮੇਰਾ ਡੇਰਾ ਸੀ, ਇੰਨੇ ਮੇਰੇ ਸੇਵਾਦਾਰ ਆਲੇ ਦੁਆਲੇ ਨੱਠੇ ਫਿਰਦੇ ਸੀ, ਪਰ ਮਹਾਰਾਜ ਮੈਨੂੰ ਉਹਨਾਂ ਵਿੱਚ ਸੁੱਖ ਨਹੀਂ ਦੱਸਿਆ। ਜੋ ਸੁੱਖ ਤੁਹਾਡੇ ਚਰਨਾਂ ਵਿੱਚ ਆ ਕੇ ਮੈਨੂੰ ਮਿਲਿਆ ਇਹ ਸੁੱਖ ਕਿਤੇ ਦੁਨੀਆ ਵਿੱਚ ਕਿਸੇ ਨੂੰ ਲੱਭ ਨਹੀਂ ਸਕਦਾ। मिल साधु हर अमृत बूंद सुहावणी मिल साधु पीवन हार, बाण तृण प्रभ संग मौलिया समर्थ पुरख अपार। कोई समर्थ पुरख कोई संत महाराज बाबा ज्वाला सिंह जी वर्गा उन्हां दे नाल भाई जिद्दां बाण तृण प्रभ संग मौलिया। जिद्दां बरसात के महीने में कई डालियां भी तुसीं तोड़ के दरख्तां दीयां ला जाओ उन्हां नूं पत्ते निकले आउंदे क्योंकि मौसम इदां दा है। ते बाकी तुसीं पिछले महीने में तुसीं बूटे भी ला दिओ ते बूटे भी कई सुक जाते हैं। बरसात के महीने में सारा बण तृण भावें किदां दा भी कोई उन्होंने पत्ते निकले आउंदे बरखा के कारण। इस तरह भाई परमेश्वर के मिलाप नाल जिहड़ा महापुरुषों का संग करके जिहड़े सुके हुए हिरदे ने, जिहड़े परमेश्वर नूं याद करते ही नहीं, जिहड़ियां आत्मा परमेश्वर नाल जुड़दियां ही नहीं, वो भाई जिद्दां सावन के महीने में बूटिਆਂ नूं पत्ते निकले आउंदे आ, इस तरह वो महापुरुष का दर्शन करके भाई उन्हां दीयां आत्मावां भी वो जिद्दां बूटे मौलदे आ उस तरह भाई उन्हां दे मन दे अंदर भी वो खेड़ा पैदा हो जाता, वो भी अगे तो अगे तरक्की करन लग जाते हैं। मौलण का मतलब है तरक्की करनी है। मौलिया समर्थ पुरख अपार, किसी समर्थ पुरख तो बिना ये गल हुंदी नहीं है। हर मिलने नो मन लोचदा कर्म मिलावण हार। भाई मिलने नूं मन तां सारिआं दा कहंदा परमेश्वर नूं मिल लईए, पर सतगुरु जी कहंदे किरत कर्म के विछड़े कर किरपा मेलो राम। ये मनुख दे कर्म नहीं इहनूं मिलन दिंदे। ये कर्म जीव नूं चक के कदी किसे पासे लै जांदे आ, कदी किसे पासे चक के लै जांदे आ। कर्म मिलावण हार जिन सखीए प्रभ पाया हो तिन के सद बलिहार। सतगुरु जी कहंदे जिन्हां ने परमेश्वर की प्राप्ति कर लई आ मैं उन्हां दे बलिहार जानना। नानक हर जी मया कर शब्द सवारन हार। सच्चे पातशाह कृपा करो, मया हुंदी रब दी खुशी। महाराज साडे ते भी खुशी करके सानू भी शब्द दे नाल मेल दिओ, साडी भी सुरत बिरत उहदे नाल जुड़ जावे, साडा भी मन तन मौल जावे। इस करके सतगुरु जी ने गुरु अर्जन देव महाराज ने जो सावन महीने की जो सतगुरु जी ने उपदेश संगत वास्ते संगत नूं दर्शाया है, जिन्नी क मत बुद्धि महापुरुषां ने बख्शी है उस मत बुद्धि के अनुसार भाई गुरमुखो आप जी दे नाल बचन साझे कीते ने। भावें एक अर्थ के बहुत अर्थ निकल सकते हैं, समुंदर है, अपनी अपनी अवस्था अनुसार हर कोई मनुख अर्थ कर सकता। सो बहुत सारे रागी ढाडी गुरमुख प्यारे, बहुत खुशी की गल है भाई अमरीक सिंह जी जख्मी वो भी महापुरुषों की महिमा सुन के तुहानू राग विद्या के बड़े जाणू ने। भावें ठीक है सारिਆਂ ਨੂੰ समा जरूर देवांगे, पर इन्हां दा तुसीं जरूर राग सुनियो। ये स्पैशल तुहाडे सिर्फ दर्शन करन वास्ते ही संगतां दे आए आ, प्यार विच बजे हुए, होर कोई इच्छा लैके नहीं है। ये सिर्फ यही इच्छा है कि बाबा ज्वाला सिंह जी के अस्थान ते हाज़री भर लईए ते आप जी नूं कोई साध संगत जी जिन्ने भी तुसीं बैठे हो ठीक है, सारे रागी सत्कारयोग ने, सारिਆਂ कोल अपनी अपनी कला है। जिन्ने कबीशरी ढाडी जथे ने सारिਆਂ कोल अपनी अपनी कला है। तो किसी कोल कला कोई हुंदी है, किसी कोल कला कोई हुंदी है, पर राग विद्या बहुत थोड़े रागियां कोल है। तो साध संगत जी वो विद्या
ਪਹਿਲੀ ਗੱਲ ਤਾਂ ਸਮਝਣ ਵਾਲੇ ਵੀ ਹੁਣ ਬਹੁਤ ਘੱਟ ਨੇ ਤੇ ਸੁਣਾਉਣ ਵਾਲੇ ਵੀ ਘੱਟ ਨੇ। ਇਹਨਾਂ ਦਾ ਜੱਦੀ ਪੁਸ਼ਤੀ ਜਿਹੜਾ ਪਿੱਛੋਂ ਕਹਿੰਦੇ ਨੇ, ਜੱਦੀ ਪੁਸ਼ਤੀ ਭਾਈ ਖਾਨਦਾਨੀ ਤਜਰਬਾ, ਜਿਹੜਾ ਵੈਦ ਹਕੀਮ ਖਾਨਦਾਨੀ ਹੋਵੇ ਉਹਦਾ ਫਰਕ ਹੁੰਦਾ ਦੁਨੀਆ ਦੇ ਨਾਲੋਂ। ਇਸ ਕਰਕੇ ਇਹਨਾਂ ਦਾ ਖਾਨਦਾਨੀ ਤਜਰਬਾ ਹੈ। ਇਹ ਸਿਰਫ ਤੁਹਾਡੇ ਦਰਸ਼ਨ ਕਰਨ ਵਾਸਤੇ ਆਏ ਆ। ਤੇ ਉਹ ਤੋਂ ਪਹਿਲਾਂ ਤਕਰੀਬਨ ਠੀਕ ਹੈ ਰਾਗੀ ਸਿੰਘ 5 ਮਿੰਟ ਸਾਡੇ ਉਹ ਆਪਣੇ ਸਾਜ਼ ਸਿੱਧੇ ਕਰ ਲੈਣਗੇ। ਭਾਈ ਕੁਲਦੀਪ ਸਿੰਘ ਹੁਣੀ ਸਿਰਫ 5 ਮਿੰਟ ਆਪ ਜੀ ਦੇ ਦਰਸ਼ਨ ਕਰਨਗੇ। ਸੋ ਇੰਨੇ ਹੀ ਬਚਨ ਪ੍ਰਵਾਨ ਕਰੋ। ਸਾਰੀ ਸੰਗਤ ਭਾਈ ਉੱਠ ਕੇ ਨਾ ਜਾਇਓ, ਰਾਗੀ ਸਿੰਘ ਤੁਹਾਡੇ ਦਰਸ਼ਨ ਕਰਨ ਆਏ ਆ, ਜ਼ਰੂਰ ਇਹਨਾਂ ਦਾ ਰਾਗ ਸੁਣ ਕੇ ਜਾਇਓ। ਇੰਨੇ ਹੀ ਬਚਨ ਪ੍ਰਵਾਨ ਕਰਿਓ। ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।